ਇਹਨੂੰ ਅਸੀਂ ਜੋਕ ਵੀ ਕਹਿੰਦੇ ਆ। ਇਹ ਰਕਤ ਮੋਕਸ਼ਨ ਦੇ ਕੰਮ ਆਉਂਦੀ ਹੈ, ਮਤਲਬ ਸਕ ਕਰਨਾ ਬਲੱਡ ਨੂੰ। ਦੇਖੋ ਇਹ ਨਾ ਸਿਰਫ ਜਿਹੜਾ ਇੰਪਿਓਰ ਬਲੱਡ ਹੈ ਉਹ ਸਕ ਕਰਦੀ ਹੈ। ਔਰ ਦੇਖੋ ਕਿੰਨੀ ਪ੍ਰਮਾਤਮਾ ਨੇ ਅੱਛੀ ਚੀਜ਼ ਬਣਾਈ ਹੈ ਵੀ ਇਹਨੇ ਸਿਰਫ ਗੰਦਾ ਖੂਨ ਹੀ ਸਕ ਕਰਨਾ ਹੈ। ਜਦੋਂ ਉਸ ਜਗ੍ਹਾ ਤੋਂ ਗੰਦਾ ਖੂਨ ਖਤਮ ਹੋ ਜਾਣਾ ਹੈਗਾ, ਇਹ ਆਪਦੇ ਆਪੇ ਹਟ ਜਾਂਦੀ ਹੈ। ਅਧਰੰਗ ਹੋ ਜਾਂਦਾ ਹੈ। ਅਧਰੰਗ ਆਮ ਭਾਸ਼ਾ ਦੇ ਵਿੱਚ ਜਿਹੜਾ ਸ਼ਬਦ ਹੈਗਾ, ਲੋਕਾਂ 'ਚ ਬਹੁਤ ਵਿਚਰਦਾ ਹੈ ਸ਼ਬਦ। ਉਹਦੇ 'ਚ ਕਿਵੇਂ ਲਾਭਕਾਰੀ ਹੈ ਜੀ? ਬੇਸਿਕਲੀ ਉਹ ਵਾਯੂ ਰੋਗ ਹੈ, ਅਕੋਰਡਿੰਗ ਟੂ ਆਯੁਰਵੇਦਾ ਵਾਤ ਰੋਗ ਹੈ। ਤੁਸੀਂ ਵੱਡੇ ਵੱਡੇ ਹਸਪਤਾਲਾਂ ਦੇ ਨਾਮ ਸੁਣੇ ਹੋਣੇ ਆ, ਪੀਜੀਆਈ ਦਾ ਅਕਸਰ ਜ਼ਿਕਰ ਚੱਲਦਾ ਹੈ, ਲੇਕਿਨ ਪਰਦੇ ਦੇ ਪਿੱਛੇ ਦੀਆਂ ਕਹਾਣੀਆਂ ਕੁਝ ਹੋਰ ਹੁੰਦੀਆਂ। ਇਹ ਲੀਚ ਅਕਸਰ ਉਹਨਾਂ ਵੱਡੇ ਹਸਪਤਾਲਾਂ ਦੇ ਵਿੱਚ ਵੀ ਜਾਂਦੀ ਹੈ। ਸਾਡੇ ਅਫਸਰ ਦਾ ਹੱਥ ਵੱਢਿਆ ਗਿਆ ਸੀਗਾ ਕਿਸੇ ਹਾਦਸੇ ਦੇ ਵਿੱਚ। ਉਦੋਂ ਇਹ ਲੀਚ ਨੇ ਬੜਾ ਕੰਮ ਕੀਤਾ ਸੀਗਾ। ਉਹ ਲਈ ਸਾਡੇ ਕੋਲੋਂ ਹੀ ਗਈ। ਮੈਡਮ ਹੱਸ ਪਏ ਉੱਥੇ ਪਿੱਛੇ, ਇਹ ਨਾਲ ਲੈ ਕੇ ਗਏ ਸੀ। ਉਹਨਾਂ ਕੋਲੇ ਚਾਹੇ ਡਾਕਟਰ ਜਿੰਨੇ ਮਰਜ਼ੀ ਸਿਆਣੇ ਜਾਂ ਜਿੰਨੇ ਮਰਜ਼ੀ ਪੜ੍ਹੇ ਲਿਖੇ ਨੇਗੇ, ਲੇਕਿਨ ਇਹਦੇ ਬਾਰੇ ਉਹਨਾਂ ਨੂੰ ਨੌਲੇਜ ਨਹੀਂ ਹੈ। ਹੁਣ ਜਿਹੜੇ ਵੀਡੀਓ ਦੇਖਦੇ ਪਏ ਆ, ਉਹਨਾਂ ਨੇ ਕਹਿਣਾ ਐਵੇਂ ਕਮਲ ਕੁੱਟਦੇ ਪਏ ਆ, ਪੀਜੀਆਈ ਦੇ ਡਾਕਟਰਾਂ ਨੇ ਹੱਥ ਜੋੜਤਾ, ਇਹਨੇ ਲੀਚ ਨੇ ਕੀ ਕਰਨਾ ਸੀ ਵਿੱਚ। ਹੁਣ ਸਮਝਾਓ ਇਹ ਕਿ ਲੀਚ ਨੇ ਕੀਤਾ ਕੀ? ਮੈਂ ਸਮਝਾਉਣਾ। ਬੇਸਿਕਲੀ ਜਦ ਕੋਈ ਵੀ ਆਪਾਂ ਕੋਈ ਅੰਗ ਜੋੜਦੇ ਆ, ਉਹ ਸਰਜਰੀ ਨਾਲ ਜੁੜ ਤਾਂ ਜਾਂਦੇ ਆ, ਪਰ ਅਸਲੀ ਕੰਮ ਕੀ ਹੈ? ਖੂਨ ਦਾ ਭਾਵ। ਜੇ ਉਸ ਅੰਗ ਜੁੜੇ 'ਚ ਖੂਨ ਨਾ ਚੱਲਿਆ ਤਾਂ ਉਹ ਕਿਸੇ ਕੰਮ ਦਾ ਨਹੀਂ, ਸੁੱਕਣਾ ਸ਼ੁਰੂ ਹੋ ਜਾਏਗਾ। ਜਿਹੜੀ ਬਲੱਡ ਥਿਨਰ, ਜਿਹੜੀ ਕਲੌਟਿੰਗ ਬਲੱਡ ਥਿਨਰ ਨਹੀਂ ਦੂਰ ਕਰ ਸਕਦੇ, ਲੀਚ ਲੋਕਲੀ ਉਸੇ ਜਗ੍ਹਾ ਤੇ ਲੱਗਦੀ ਹੈ। ਉਹ ਕਲੌਟ ਨਿਕਲਣ ਨਾਲ ਲੀਚ ਦਾ ਜਿਹੜਾ ਖੂਨ ਹੈ ਉਹ ਚੱਲ ਪਿਆ ਹੱਥ ਦਾ, ਤੇ ਜਦ ਖੂਨ ਚੱਲ ਪਿਆ ਤਾਂ ਹੱਥ ਦੀ ਸਰਕੂਲੇਸ਼ਨ ਜਾਂ ਮੂਵਮੈਂਟ ਨਾਰਮਲ ਹੋ ਗਈ। ਛੋਟਾ ਜਿਹਾ ਜਿਹੜਾ ਜੀਵ ਤੁਸੀਂ ਦੇਖਦੇ ਪਏ ਹੋ, ਇਹਦਾ ਬਹੁਤ ਵੱਡਾ ਯੋਗਦਾਨ ਸੀਗਾ। ਹੱਥ ਭਾਵੇਂ ਜੁੜ ਗਿਆ ਸੀ, ਲੇਕਿਨ ਹੱਥ ਦੇ ਵਿੱਚ ਜਦੋਂ ਖੂਨ ਨਹੀਂ ਤੈਰੇਗਾ ਤੇ ਹੱਥ ਦੇ ਕੋਲੋਂ ਕੰਮ ਕਿੱਦਾਂ ਲਓਗੇ? ਉਹ ਇਹਨੇ ਸ਼ੁਰੂਆਤ ਕਰਾਈ। ਇਹ ਲੀਚ ਦਾ ਤਾਂ ਹਜ਼ਾਰਾਂ ਸਾਲ ਪਹਿਲਾਂ ਉਲੇਖ ਹੈਗਾ। ਜਦੋਂ ਕਿਸੇ ਨੂੰ ਜੁਆਇੰਟਸ ਦੇ ਵਿੱਚ ਕੋਈ ਪੇਨ, ਇਨਫਲੇਮੇਸ਼ਨ ਹੋ ਜਾਂਦੀ ਸੀ, ਉੱਥੇ ਗੰਦਾ ਖੂਨ ਇਕੱਠਾ ਹੋ ਜਾਂਦਾ ਸੀ, ਤਾਂ ਉੱਥੇ ਪਹਿਲਾਂ ਜਿਹੜੀਆਂ ਕੂਪੀਆਂ ਲਗਾਈਆਂ ਜਾਂਦੀਆਂ ਸੀ ਜਾਂ ਲੀਚ ਲਗਾਈਆਂ ਜਾਂਦੀਆਂ ਸੀ। ਇਹਨੇ ਹੁਣ ਫੜਨਾ ਸ਼ੁਰੂ ਕਰਤਾ, ਇਹਦਾ ਮੂੰਹ ਬਣਨਾ ਸ਼ੁਰੂ ਹੋ ਰਿਹਾ। ਇੱਧਰ ਉਹਦਾ ਮੂੰਹ ਬਣ ਰਿਹਾ, ਉੱਧਰ ਮੈਡਮ ਦਾ ਮੂੰਹ ਬਣ ਰਿਹਾ। ਪੀੜ ਕਿੰਨੀ ਕੁ ਹੁੰਦੀ ਹੈ ਜੀ? ਪੀੜ ਕੁਛ ਨਹੀਂ ਹੁੰਦੀ, ਪੀੜ ਬਿਲਕੁਲ ਨਹੀਂ ਹੁੰਦੀ ਇਹਦੇ ਵਿੱਚ। ਇਹ ਨਵੇਂ ਜ਼ਮਾਨੇ ਦੀਆਂ ਕੁੜੀਆਂ ਜਿਨ੍ਹਾਂ ਨੂੰ ਬਾਹਰ ਵੀ ਘੁੰਮਣਾ ਹੈ, ਜਿਨ੍ਹਾਂ ਨੂੰ ਇਹ ਬਰਦਾਸ਼ਤ ਨਹੀਂ ਹੁੰਦਾ ਕਿ ਮੂੰਹ ਤੇ ਕੋਈ ਦਾਣਾ ਨਿਕਲ ਆਵੇ, ਐਕਨੇ ਹੋ ਗਿਆ, ਪਿੰਪਲ ਹੋ ਗਿਆ, ਉਹ ਖੁਦ ਸਾਨੂੰ ਆ ਕੇ ਪੇਸ਼ੈਂਟ ਡਿਮਾਂਡ ਕਰਦੇ ਨੇ ਵੀ ਜੀ ਠੀਕ ਹੈ ਤੁਸੀਂ ਸਾਨੂੰ ਮੈਡੀਸਨ ਤਾਂ ਜ਼ਰੂਰ ਦਿਓ, ਪਰ ਸਾਨੂੰ ਤੁਸੀਂ ਲੀਚ ਥੈਰੇਪੀ ਜ਼ਰੂਰ ਲਗਾਓ। ਅਸੀਂ ਪੜ੍ਹਿਆ, ਸਟੱਡੀ ਕਰਿਆ ਵੀ ਉਹ ਜਿਹੜੀ ਲੀਚ ਹੈ ਉਹ ਸਿਰਫ ਗੰਦਾ ਖੂਨ ਹੀ ਸਾਡਾ ਸਕ ਕਰੇਗੀ ਔਰ ਸਾਨੂੰ ਕੋਈ ਫੇਸ ਤੇ ਨਿਸ਼ਾਨ ਨਹੀਂ ਪਏਗਾ। ਅੱਛਾ, ਦੂਜੀ ਗੱਲ, ਹਾਲੇ ਜੋ ਮੈਂ ਇਹਦਾ ਸਾਈਜ਼ ਵੇਖ ਪਾ ਰਿਹਾ, ਇਹ ਜਦੋਂ ਖੂਨ ਸਕ ਕਰਨਾ ਸ਼ੁਰੂ ਕਰ ਦੇਗੀ ਬਹੁਤ ਵੱਡੀ ਹੋ ਜਾਏਗੀ, ਬਹੁਤ ਵੱਡੀ ਹੋ ਜਾਂਦੀ ਹੈ। ਆਲਮੋਸਟ ਇਹ 4 ਟਾਈਮ ਵੱਡੀ ਹੋ ਜਾਂਦੀ ਹੈ। ਇਹ ਕਿਤੇ ਇਹ ਯੂਜ਼ ਐਂਡ ਥਰੋ ਵਾਲਾ ਪਰਪਸ ਤੇ ਨਹੀਂ ਹੁੰਦਾ ਕਿ ਵਰਤੀ ਤੇ ਸੁੱਟਤੀ ਤਾਂ ਇਹ ਗੱਲ ਖਤਮ? ਇਸ ਤਰ੍ਹਾਂ ਨਹੀਂ ਹੈ ਜੀ। ਦੇਖੋ ਅਸੀਂ ਤਾਂ ਬਲਕਿ ਚਾਹੁੰਦੇ ਹਾਂ ਵੀ ਇਹ ਖਰਾਬ ਨਾ ਹੋਵੇ, ਜਿੰਦਾ ਰਹੇ। ਅਸੀਂ ਇਹਨੂੰ ਵੋਮਟਿੰਗ ਕਰਾਵਾਂਗੇ ਬਕਾਇਦਾ, ਅਸੀਂ ਇਹਨੂੰ ਥੋੜ੍ਹਾ ਹਲਦੀ ਦਾ ਟੇਸਟ ਕਰਵਾਵਾਂਗੇ, ਉਹਨਾਂ ਦੀ ਵੋਮਟਿੰਗ ਹੋ ਜਾਏਗੀ। ਹੁਣ ਤੁਹਾਡੇ ਜੋ ਜਿਹੜੇ ਵੀਡੀਓ ਸੋਸ਼ਲ ਮੀਡੀਆ ਤੇ ਦੇਖਦੇ ਹੋਣਗੇ, ਉਹਨਾਂ ਚੋਂ ਕਈਆਂ ਨੇ ਥੱਲੇ ਆ ਕੇ ਕਮੈਂਟ ਕਰਨਾ ਕਿ ਆਹ ਕਮਲੇ ਜੇ ਕੀ ਕਰੀ ਜਾਂਦੇ ਆ, ਲੀਚ ਇੱਕ ਦੂਜੇ ਤੇ ਚਪਕਾਈ ਜਾਂਦੇ ਆ। ਤੁਸੀਂ ਕੀ ਮਹਿਸੂਸ ਕਰ ਰਹੇ ਹੋ ਜੀ ਇਸ ਟਾਈਮ? ਬਲੱਡ ਸਰਕੂਲੇਸ਼ਨ ਚੱਲ ਰਿਹਾ ਸਾਰਾ, ਇੱਥੋਂ ਲੈ ਕੇ ਇੱਥੇ ਤੱਕ, ਹੱਦ ਤੱਕ। ਅੱਛਾ, ਇਹ ਇੰਪੋਰਟ ਕਿੱਥੋਂ ਹੁੰਦੀਆਂ, ਆਉਂਦੀਆਂ ਕਿੱਥੋਂ? ਆਮ ਤੌਰ ਤੇ ਅਸੀਂ ਜਿਹੜਾ ਸੋਰਸਿੰਗ ਕਰਦੇ ਹਾਂ ਜੈਪੁਰ ਤੋਂ ਕਰਦੇ ਹਾਂ। ਜੈਪੁਰ ਤੋਂ? ਜੈਪੁਰ ਤੇ ਮਤਲਬ ਕਈਆਂ ਨੇ ਕਲਟੀਵੇਟ ਕੀਤੀ ਹੈ ਇਹਦੇ, ਜਿਵੇਂ ਆਮ ਤੌਰ ਤੇ ਇਹਨੂੰ ਪਾਲਿਆ ਹੋਇਆ ਖੇਤੀ ਇਹਦੀ ਵੀ? ਖੇਤੀ ਹੈ, ਖੇਤੀ ਉੱਥੋਂ ਜਿਹੜੀ ਨਿਰਵਿਸ਼ ਹੈ ਹਿਊਮਨ ਵਾਸਤੇ ਅਸੀਂ ਉੱਥੋਂ ਮੰਗਾਉਂਦੇ ਹਾਂ। ਇਹ ਕੋਈ ਬਹੁਤ ਮਹਿੰਗਾ ਟ੍ਰੀਟਮੈਂਟ ਵੀ ਨਹੀਂ ਹੈ, ਮੈਂ ਵੀ ਤੁਹਾਨੂੰ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ। 1000 ਰੁਪਏ ਦਾ ਟ੍ਰੀਟਮੈਂਟ ਹੈ। ਆਮ ਤੌਰ ਤੇ ਇਹ ਵੀ ਇੱਕ ਮਿਥ ਹੁੰਦਾ ਹੈ ਕਿ ਪਤਾ ਨਹੀਂ ਕਿੰਨਾ ਮਹਿੰਗਾ ਟ੍ਰੀਟਮੈਂਟ ਹੈ। ਇਹ ਹੱਥਾਂ ਦੇ ਵਿੱਚ ਭੁੜਕਦੀ ਨਿੱਕੀ ਜਿਹੀ ਲੀਚ ਬੜੀ ਕੰਮ ਦੀ ਚੀਜ਼ ਹੈ। ਕਈਆਂ ਨੂੰ ਜੀਵਨ ਦਾਨ ਬਖਸ਼ਿਆ ਇਹਨੇ। ਇਹ ਲੀਚ ਜਿੱਥੇ ਵੱਡੇ ਵੱਡੇ ਡਾਕਟਰ ਫੇਲ ਹੋ ਜਾਂਦੇ ਆ, ਉੱਥੇ ਇਹ ਲੀਚ ਕੰਮ ਆਉਂਦੀ ਹੈ। ਕਿਵੇਂ ਆਉਂਦੀ ਹੈ, ਕੀ ਕੀ ਕੰਮ ਕਰਦੀ ਹੈ, ਕਿਸ ਤਰੀਕੇ ਦੇ ਨਾਲ ਜੀਵਨ ਦਾਨ ਬਖਸ਼ਦੀ ਹੈ, ਕੱਲੀ ਕੱਲੀ ਗੱਲ ਤੇ ਅੱਜ ਗੌਰ ਫਰਮਾਵਾਂਗੇ। ਵੈਦਿਕ ਕਰਨਵੀਰ ਜੀ ਮੇਰੇ ਨਾਲ ਨੇ, ਨਾਲੇ ਵੈਦਿਕ ਜਗਜੀਤ ਜੀ ਮੇਰੇ ਨਾਲ ਨੇ। ਗੱਲਬਾਤ ਕਰਦੇ ਹਾਂ। ਇਹ ਮੈਨੂੰ ਦੱਸੋ, ਜਿਹੜਾ ਲੀਚ ਹੈ ਇਹ ਬੇਸਿਕਲੀ ਜੀ ਲੀਚ ਥੈਰੇਪੀ ਜਿਹੜੀ ਹੈ ਇਹ ਅੱਜ ਦੀ ਨਹੀਂ, ਬਹੁਤ ਸਾਲ ਪੁਰਾਣੀ ਇੱਕ ਥੈਰੇਪੀ ਹੈ, ਟ੍ਰੀਟਮੈਂਟ ਹੈ। ਆਮ ਤਰ੍ਹਾਂ ਜਿਹੜੇ ਪਿੰਡਾਂ 'ਚ ਪਹਿਲਾਂ ਬੜੀ ਈਜ਼ੀਲੀ ਪ੍ਰੈਕਟਿਸ ਹੁੰਦੀ ਸੀ। ਇਹਨੂੰ ਅਸੀਂ ਜੋਕ ਵੀ ਕਹਿੰਦੇ ਆ। ਇਹ ਰਕਤ ਮੋਕਸ਼ਨ ਦੇ ਕੰਮ ਆਉਂਦੀ ਹੈ। ਰਕਤ ਮੋਕਸ਼ਨ ਮਤਲਬ ਸਕ ਕਰਨਾ ਬਲੱਡ ਨੂੰ।
ਸ਼ੈਟਿਕਾ, ਲਾਈਪੋਮਾ, ਕਿਤੇ ਗੰਢ ਹੈ ਜਾਂ ਕਿਤੇ ਤੁਹਾਡੀ ਸਕਿਨ ਤੇ ਐਕਨੇ ਜਾਂ ਸਕਿਨ ਦੀ ਪ੍ਰੋਬਲਮਸ ਹੈ, ਉੱਥੇ ਲੀਚ ਦਾ ਬਹੁਤ ਵਧੀਆ ਰੋਲ ਹੈ। ਹੁਣ ਦੂਜੀ ਗੱਲ ਸੁਣ ਲਓ, ਤੁਸੀਂ ਵੱਡੇ ਵੱਡੇ ਹਸਪਤਾਲਾਂ ਦੇ ਨਾਮ ਸੁਣੇ ਹੋਣੇ ਆ, ਪੀਜੀਆਈ ਦਾ ਅਕਸਰ ਜ਼ਿਕਰ ਚੱਲਦਾ ਹੈ, ਲੇਕਿਨ ਪਰਦੇ ਦੇ ਪਿੱਛੇ ਦੀਆਂ ਕਹਾਣੀਆਂ ਕੁਝ ਹੋਰ ਹੁੰਦੀਆਂ। ਇਹ ਲੀਚ ਅਕਸਰ ਉਹਨਾਂ ਵੱਡੇ ਹਸਪਤਾਲਾਂ ਦੇ ਵਿੱਚ ਵੀ ਜਾਂਦੀ ਹੈ ਜਿੱਥੇ ਇਸ ਲੀਚ ਦੀ ਲੋੜ ਪੈਂਦੀ ਹੈ। ਹੁਣ ਜਗਜੀਤ ਜੀ, ਮੈਂ ਤੁਹਾਡੇ ਕੋਲ ਆਉਣਾ, ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ, ਕਿਉਂਕਿ ਤੁਸੀਂ ਆਯੁਰਵੇਦ ਨੂੰ ਅੱਜ ਤੋਂ ਸਟੱਡੀ ਨਹੀਂ ਕਰ ਰਹੇ ਹੋ, ਬੜੇ ਲੰਬੇ ਸਮੇਂ ਤੋਂ ਇਸ ਚੀਜ਼ ਦੇ ਉੱਤੇ ਤੁਸੀਂ ਗੌਰ ਵੀ ਕਰ ਰਹੇ ਹੋ, ਇਸ ਚੀਜ਼ ਦੇ ਉੱਤੇ ਲੋਕਾਂ ਤੱਕ ਇਸ ਨੂੰ ਪਹੁੰਚਾ ਵੀ ਰਹੇ ਹੋ। ਲੀਚ ਨੂੰ ਜੇ ਆਰਾਮ ਜਾਂ ਬੜੀ ਆਸਾਨ ਭਾਸ਼ਾ ਦੇ ਨਾਲ ਸਮਝਾਉਣਾ ਹੋਵੇ ਤਾਂ ਕਿਸ ਤਰੀਕੇ ਨਾਲ ਸਮਝਾਓਗੇ? ਜਿੰਨੀਆਂ ਵੀ ਸਾਡੀ ਬਲੱਡ ਦੀ ਇੰਪਿਓਰਿਟੀ ਹੈ, ਜਿਹੜੀ ਕਿ ਸੁਪਰਫਿਸ਼ੀਅਲ ਸਕਿਨ ਦੇ ਵਿੱਚ ਆ ਜਾਂਦੀ ਹੈ, ਚਾਹੇ ਉਹ ਐਕਨੇ ਦੇ ਰੂਪ ਵਿੱਚ ਆਉਂਦੀ ਹੈ, ਚਾਹੇ ਉਹ ਲਾਈਪੋਮਾ ਦੇ ਰੂਪ ਵਿੱਚ ਆਉਂਦੀ ਹੈ, ਅਸੀਂ ਜਦੋਂ ਬਾਡੀ ਦੇ ਵਿੱਚ ਕਫ ਵੱਧ ਜਾਂਦਾ ਹੈਗਾ, ਵਾਟਰ ਰਿਟੈਂਸ਼ਨ, ਕਫ ਦੋਸ਼ ਜਦੋਂ ਵੱਧ ਜਾਂਦਾ ਹੈਗਾ, ਉਸ ਦੋਸ਼ ਨੂੰ ਬੈਲੈਂਸ ਕਰਨ ਲਈ ਜਾਂ ਅਨਵਾਂਟਡ ਜਾਂ ਇੰਪਿਓਰ ਬਲੱਡ ਨੂੰ ਸਕ ਕਰਨ ਵਾਸਤੇ ਬਿਨਾਂ ਕਿਸੇ ਸਾਈਡ ਇਫੈਕਟ ਦੇ ਇਹ ਲੀਚ ਕੰਮ ਆਉਂਦੀ ਹੈ। ਦੇਖੋ, ਇਹ ਨਾ ਸਿਰਫ ਜਿਹੜਾ ਇੰਪਿਓਰ ਬਲੱਡ ਹੈ ਉਹਨੂੰ ਸਕ ਕਰਦੀ ਹੈ। ਇਸ ਲਈ ਦੇਖੋ, ਜਿਹੜੀਆਂ ਪਹਿਲਾਂ ਥੈਰੇਪੀਆਂ ਸੀ ਨਾ, ਉਹ ਅੱਜ ਵੀ ਉਨੀਆਂ ਹੀ ਯੂਜ਼ਫੁਲ ਨੇਗੀਆਂ। ਅਸੀਂ ਜਿੰਨੀ ਮਰਜ਼ੀ ਅੱਜ ਤਰੱਕੀ ਕਰ ਲਈ ਹੈ ਜਾਂ ਬਹੁਤ ਜ਼ਿਆਦਾ ਸਟੱਡੀ ਕਰ ਲਈ ਹੈ, ਲੇਕਿਨ ਇਹ ਅੱਜ ਵੀ ਉਨੀ ਸਾਇੰਟੀਫਿਕ ਹੈ। ਜਿਹੜੇ ਤੁਸੀਂ ਪੀਜੀ ਦੀ ਗੱਲ ਕਰਦੇ ਹੋ, ਅਗਰ ਉੱਥੇ ਕਿਸੇ ਵੀ ਬੂੰਦ ਦੇ ਵਿੱਚ ਕਲੌਟਿੰਗ ਹੋ ਜਾਂਦੀ ਹੈ, ਬਲੱਡ ਥਿਨਰ ਦੇਣ ਨਾਲ ਨਹੀਂ ਠੀਕ ਹੁੰਦੀ, ਉੱਥੇ ਇਹ ਲੀਚ ਹੀ ਜਿਹੜਾ ਹੈ ਉਹ ਉਹਨੂੰ ਸਕ ਕਰਕੇ, ਕਲੌਟਿੰਗ ਮਤਲਬ ਜਿੱਥੇ ਖੂਨ ਖੜ ਜਾਂਦਾ? ਹਾਂ, ਖੂਨ ਖੜ ਜਾਂਦਾ ਹੈਗਾ, ਤਾਂ ਉਸ ਕਲੌਟਿੰਗ ਨੂੰ ਸਕ ਕਰਕੇ ਬਾਹਰ ਕੱਢਦੀ ਹੈ। ਔਰ ਸਭ ਤੋਂ ਵੱਡੀ ਹੁਣ ਹੋਰ ਗੱਲ ਦੱਸਾਂ, ਇਹ ਕੋਈ ਹੱਤਿਆ ਵੀ ਨਹੀਂ ਹੁੰਦੀ ਇਹਦੀ, ਇਹ ਸਾਰਾ ਆਪਣਾ ਕੰਮ ਕਰਨ ਤੋਂ ਬਾਅਦ ਵੀ ਇਹ ਜਿਉਂਦੀ ਰਹਿੰਦੀ ਹੈ। ਉਹ ਕਿੱਦਾਂ ਜੀ? ਇਹ ਆਪਣੀ ਇਹ ਕਿਉਂ, ਦੇਖੋ, ਇਹ ਹੁਣ ਤੁਹਾਨੂੰ ਅਸੀਂ ਪ੍ਰੈਕਟੀਕਲੀ ਦਿਖਾਵਾਂਗੇ ਵੀ ਜਦੋਂ ਇਹ ਅਸੀਂ ਕਿਸੇ ਵੀ ਇੰਪਿਓਰ ਬਲੱਡ ਨੂੰ ਲਗਾਉਣ ਵਾਸਤੇ ਲਗਾਉਂਦੇ ਹਾਂਗੇ, ਇਹ ਸਕ ਕਰਕੇ ਉਸ ਤੋਂ ਬਾਅਦ ਇਹ ਉਸ ਬਲੱਡ ਨੂੰ ਵੋਮਿਟ ਕਰ ਦਿੰਦੀ ਹੈ, ਇਹ ਆਪਣੀ ਫਿਰ ਉਹ ਨਾਰਮਲ ਲਾਈਫ ਦੇ ਵਿੱਚ ਆ ਜਾਂਦੀ ਹੈ। ਜਿਹੜਾ ਗੰਦਾ ਖੂਨ ਇਹਨੇ ਬੰਦੇ 'ਚੋਂ ਚੂਸਿਆ ਹੁੰਦਾ ਹੈ, ਹਾਂ, ਉਹਨੂੰ ਬਾਹਰ ਵੀ ਕੱਢ ਦਿੰਦੀ ਅਸੀਂ ਹੈ। ਹੁਣੇ ਤੁਹਾਨੂੰ ਦਿਖਾਵਾਂਗੇ, ਇਹ ਤੁਹਾਨੂੰ ਪ੍ਰੈਕਟੀਕਲੀ ਦਿਖਾਵਾਂਗੇ ਵੀ ਉਹਨੂੰ ਇਹ ਕਿਵੇਂ ਬਾਹਰ ਕੱਢ ਦਿੰਦੀ ਹੈ। ਲੇਕਿਨ ਜਿਹੜਾ ਉਹ ਕੰਮ ਹੈ ਇਹ ਆਪਦਾ, ਉਹ ਵਰਕ ਸਾਡਾ ਹੋ ਜਾਂਦਾ ਹੈਗਾ। ਐਕਨੇ ਦਾ ਪ੍ਰੋਬਲਮ ਦੇਖੋ ਲੜਕੀ ਨੂੰ ਹੁੰਦੀ ਆ, ਬਹੁਤ ਵੱਡੇ ਵੱਡੇ ਜਿਹੜੇ ਨੇਗੇ ਬॉयਜ਼ ਹੋ ਜਾਂਦੇ ਨੇਗੇ, ਉਹਨਾਂ ਦਾ ਜਿਹੜਾ ਇੰਪਿਓਰ ਬਲੱਡ ਹੈਗਾ, ਗੰਦਾ ਖੂਨ ਬਾਹਰ ਕੱਢਦੀ ਹੈ। ਔਰ ਕਲੌਟਿੰਗ ਕਿਤੇ ਹੋਈ ਹੋਈ ਹੈ, ਕਿਤੇ ਕੋਈ ਬੂੰਡ ਹੈਗਾ, ਉੱਥੇ ਕਲੌਟਿੰਗ ਹੋ ਗਈ, ਸਰਕੂਲੇਸ਼ਨ ਨਹੀਂ ਚੱਲ ਰਹੀ, ਉਹਨੂੰ ਇਹ ਬਾਹਰ ਕੱਢਦੀ ਹੈ। ਸੋ ਅੱਛਾ, ਕਈਆਂ ਦੇ ਲਾਈਪੋਮਾ ਕੋਈ ਛੋਟੇ ਛੋਟੇ ਗੰਢਾਂ ਬਣ ਜਾਂਦੀਆਂ ਨੇਗੀਆਂ, ਉਹਨੂੰ ਇਹ ਲੀਚ ਜਿਹੜੀ ਹੈ ਬਹੁਤ ਆਰਾਮ ਨਾਲ, ਬਿਨਾਂ ਕਿਸੇ ਸਾਈਡ ਇਫੈਕਟ ਦੇ। ਪੈਰਾਲਿਸਿਸ ਨੂੰ ਲੈ ਕੇ ਵੀ ਬੜਾ ਕੁਝ ਹੁੰਦਾ ਹੈਗਾ। ਪੈਰਾਲਿਸਿਸ ਨੂੰ ਲੈ ਕੇ ਲੋਕ ਬੜੇ ਦੁਖੀ ਹੈ, ਪਤਾ ਨਹੀਂ ਲੱਗਦਾ ਕਦੋਂ ਅਧਰੰਗ ਹੋ ਜਾਂਦਾ ਹੈ। ਅਧਰੰਗ ਆਮ ਭਾਸ਼ਾ ਦੇ ਵਿੱਚ ਜਿਹੜਾ ਸ਼ਬਦ ਹੈਗਾ, ਲੋਕਾਂ 'ਚ ਬਹੁਤ ਵਿਚਰਦਾ ਹੈ ਸ਼ਬਦ, ਉਹਦੇ 'ਚ ਕਿਵੇਂ ਲਾਭਕਾਰੀ ਹੈ ਜੀ? ਬੇਸਿਕਲੀ ਉਹ ਵਾਯੂ ਰੋਗ ਹੈ, ਅਕੋਰਡਿੰਗ ਟੂ ਆਯੁਰਵੇਦਾ ਵਾਤ ਰੋਗ ਹੈ। ਜਦ ਲੀਚ ਆਪਾਂ ਕਿਤੇ ਵੀ ਲਾਉਂਦੇ ਆ, ਉੱਥੇ ਜਿਹੜੀ ਵਾਯੂ ਦੀ ਰਿਟੈਂਸ਼ਨ ਹੈ, ਵਾਯੂ ਦਾ ਫੋਕਸ ਹੈ, ਉਹ ਟੁੱਟ ਕੇ ਉਹਦਾ ਸਰਕੂਲੇਸ਼ਨ ਸ਼ੁਰੂ ਹੋ ਜਾਂਦਾ। ਜਦ ਵਾਤ ਦਾ ਸੰਚਾਲਨ ਸ਼ੁਰੂ ਹੋ ਜਾਂਦਾ, ਸਰਕੂਲੇਸ਼ਨ ਸ਼ੁਰੂ ਹੋ ਜਾਂਦਾ, ਤਾਂ ਅਧਰੰਗ ਵਰਗੀ ਚੀਜ਼ਾਂ, ਵਾਤ ਦੋਸ਼ ਵਰਗੀ ਚੀਜ਼ਾਂ, ਪੇਨ, ਜਿਹਨੂੰ ਸ਼ੈਟਿਕਾ ਪੇਨ, ਆਪਾਂ ਬਹੁਤ ਲੋਕਾਂ ਨੂੰ ਸ਼ੈਟਿਕਾ ਪੇਨ ਬਾਰੇ ਪਤਾ ਹੋਏਗਾ। ਸ਼ੈਟਿਕਾ ਪੇਨ ਤੋਂ ਬਹੁਤ ਸਾਰੇ ਲੋਕ ਬਹੁਤ ਪੀੜਿਤ ਹੁੰਦੇ ਆ। ਸ਼ੈਟਿਕਾ ਨਰਵ ਨੂੰ ਅਸੀਂ ਜਦ ਅਸੀਂ ਲੱਤਾਂ 'ਤੇ ਲੀਚ ਨੂੰ ਲਾਉਂਦੇ ਆ, ਤਾਂ ਵਿਦਿਨ 5 to 10 ਮਿੰਟਸ ਉਹ ਪੇਨ ਰਿਡਿਊਸ ਹੋ ਜਾਂਦਾ, ਵਿਦਾਊਟ ਐਨੀ ਪੇਨ ਕਿਲਰ, ਵਿਦਾਊਟ ਐਨੀ ਸਾਈਡ ਇਫੈਕਟ। ਔਰ ਇਹ ਚੀਜ਼ਾਂ ਬਹੁਤ ਹੀ ਸਾਇੰਟੀਫਿਕ, ਔਰ ਅਸੀਂ ਰੋਜ਼ ਇੱਥੇ ਪ੍ਰੈਕਟਿਸ ਯੂਜ਼ ਕਰਦੇ ਹਾਂ। ਇਹਨਾਂ ਦੀਆਂ ਨਸਲਾਂ ਵੀ ਹੁੰਦੀਆਂ, ਕੋਈ ਬਰੀਡ ਹੁੰਦੀ ਹੈ? ਬਿਲਕੁਲ। ਬੇਸਿਕਲੀ ਲੀਚ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਵਿਸ਼, ਇੱਕ ਨਿਰਵਿਸ਼। ਵਿਸ਼ ਮਤਲਬ ਜ਼ਹਿਰ? ਜ਼ਹਿਰ। ਇੱਕ ਜ਼ਹਿਰ ਵਾਲੀ ਤੇ ਇੱਕ ਬਿਨਾਂ ਜ਼ਹਿਰ ਤੋਂ? ਜਿਹੜੀ ਜ਼ਹਿਰ ਵਾਲੀ ਹੁੰਦੀ ਹੈ, ਆਮ ਟੋਭਿਆਂ ਤਲਾਬਾਂ ਦੇ ਵਿੱਚ ਤੁਸੀਂ ਜੋ ਦੇਖਦੇ ਹੋ ਕਾਲੇ ਰੰਗ ਦੀ, ਉਹ ਜ਼ਹਿਰ ਵਾਲੀ ਹੁੰਦੀ ਹੈ। ਜਦੋਂ ਕਿਤੇ ਲੱਗ ਜੇ ਤਾਂ ਉਹ ਜਲਦੀ ਉਤਰਦੀ ਵੀ ਨਹੀਂ, ਅਤੇ ਸਕਿਨ 'ਤੇ ਰੈਸ਼ਿਜ਼ ਜਾਂ ਐਕਨੇ ਜਾਂ ਤੁਹਾਨੂੰ ਸਾਈਡ ਇਫੈਕਟ ਕਰ ਸਕਦੀ ਹੈ। ਜਿਹੜੀ ਨਿਰਵਿਸ਼ ਹੈ, ਮੈਂ ਜਿਵੇਂ ਤੁਹਾਨੂੰ ਦਿਖਾਵਾਂਗਾ, ਉਹ ਹਰੇ ਰੰਗ ਦੀ ਹੁੰਦੀ ਹੈ, ਬਰਾਊਨ ਰੰਗ ਦੀ ਹੁੰਦੀ ਹੈ। ਔਰ ਨਿਰਵਿਸ਼ ਆਮ ਤੌਰ 'ਤੇ ਸਪੈਸ਼ਲੀ ਹਿਊਮਨ ਵਾਸਤੇ ਕਲਚਰ ਕੀਤੀ ਜਾਂਦੀ ਹੈ। ਜਿਵੇਂ ਅਸੀਂ ਸੋਰਸ ਕਰਦੇ ਹਾਂ, ਅਸੀਂ ਜੈਪੁਰ ਤੋਂ ਸੋਰਸ ਕਰਦੇ ਹਾਂ, ਜੈਪੁਰ ਤੋਂ ਸਪੈਸ਼ਲੀ ਅਸੀਂ ਇੱਥੇ ਮੰਗਵਾ ਕੇ ਪੇਸ਼ੈਂਟਸ 'ਤੇ ਯੂਜ਼ ਕਰਦੇ ਹਾਂ। ਹੁਣ ਤੁਹਾਡੇ 'ਚੋਂ ਜਿਹੜੇ ਵੀਡੀਓ ਸੋਸ਼ਲ ਮੀਡੀਆ ਤੇ ਦੇਖਦੇ ਹੋਣਗੇ, ਉਹਨਾਂ 'ਚੋਂ ਕਈਆਂ ਨੇ ਥੱਲੇ ਆ ਕੇ ਕਮੈਂਟ ਕਰਨਾ ਕਿ ਆਹ ਕਮਲੇ ਜੇ ਕੀ ਕਰੀ ਜਾਂਦੇ ਆ, ਲੀਚ ਇੱਕ ਦੂਜੇ ਤੇ ਚਪਕਾਈ ਜਾਂਦੇ ਆ। ਇਸ ਕਰਕੇ ਵੈਦਿਆ ਜੀ ਸਾਨੂੰ ਦੱਸਣਗੇ ਕਿ ਲੀਚ ਕਿੰਨੀ ਕੁ ਪੁਰਾਣੀ ਹੈ ਤੇ ਕਿੱਥੇ ਕਿੱਥੇ ਯੂਜ਼ ਹੁੰਦੀ ਸੀਗੀ, ਰਾਜੇ ਮਹਾਰਾਜਿਆਂ ਦੇ ਟਾਈਮ ਤੇ ਕਿਸ ਤਰੀਕੇ ਨਾਲ ਇਸ ਲੀਚ ਦੇ ਨਾਲ ਇਹਦੀ ਵਰਤੋਂ ਕਿੱਦਾਂ ਹੁੰਦੀ ਸੀ? ਦੇਖੋ, ਜਦੋਂ ਪਹਿਲਾਂ ਜਿੰਨੇ ਵੀ ਟ੍ਰੀਟਮੈਂਟ ਚਿਕਿਤਸਾ ਹੁੰਦੀਆਂ ਸੀਗੀਆਂ, ਜਿਨ੍ਹਾਂ ਦਾ ਹਜ਼ਾਰਾਂ ਸਾਲ ਪਹਿਲਾਂ ਸਾਡੇ ਜਿਹੜਾ ਗ੍ਰੰਥਾਂ ਦੇ ਵਿੱਚ ਉਲੇਖ ਹੈਗਾ, ਉਹੀ ਚਿਕਿਤਸਾ ਜ਼ਿਆਦਾ ਸਾਇੰਟੀਫਿਕ ਔਰ ਜ਼ਿਆਦਾ ਇਫੈਕਟਿਵ ਹੁੰਦੀਆਂ ਸੀ।
ਅੱਜ ਅਸੀਂ ਜਿੰਨਾ ਜ਼ਿਆਦਾ ਇਨਵੈਸਟ ਜਾਂ ਜਿੰਨਾ ਜ਼ਿਆਦਾ ਐਡਵਾਂਸ ਹੋ ਗਏ ਆ, ਇਹਨਾਂ ਟ੍ਰੀਟਮੈਂਟਾਂ ਦੇ ਕਿੰਨੇ ਸਾਈਡ ਇਫੈਕਟ ਨੇ। ਇਹ ਲੀਚ ਦਾ ਤਾਂ ਹਜ਼ਾਰਾਂ ਸਾਲ ਪਹਿਲਾਂ ਉਲੇਖ ਹੈਗਾ। ਜਦੋਂ ਕਿਸੇ ਨੂੰ ਜੁਆਇੰਟਸ ਦੇ ਵਿੱਚ ਕੋਈ ਪੇਨ ਇਨਫਲੇਮੇਸ਼ਨ ਹੋ ਜਾਂਦੀ ਸੀ, ਉੱਥੇ ਗੰਦਾ ਖੂਨ ਇਕੱਠਾ ਹੋ ਜਾਂਦਾ ਸੀ, ਤਾਂ ਉੱਥੇ ਪਹਿਲਾਂ ਜਿਹੜੀਆਂ ਕੂਪੀਆਂ ਲਗਾਈਆਂ ਜਾਂਦੀਆਂ ਸੀ ਜਾਂ ਲੀਚ ਲਗਾਈਆਂ ਜਾਂਦੀਆਂ ਸੀ। ਇਹ ਜਿਵੇਂ ਹੁਣੇ ਇਹਨਾਂ ਨੇ ਡਾਕਟਰ ਸਾਹਿਬ ਨੇ ਦੱਸਿਆ ਹੈਗਾ, ਇਹ ਨਿਰਵਿਸ਼ ਮਤਲਬ ਕਿ ਬਿਨਾਂ ਵਿਸ਼ ਦੇ ਹੁੰਦੀ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਔਰ ਦੇਖੋ ਕਿੰਨੀ ਪ੍ਰਮਾਤਮਾ ਨੇ ਅੱਛੀ ਚੀਜ਼ ਬਣਾਈ ਹੈ ਵੀ ਇਹਨੇ ਸਿਰਫ ਗੰਦਾ ਖੂਨ ਹੀ ਸੱਕ ਕਰਨਾ ਹੈ। ਜਦੋਂ ਉਸ ਜਗ੍ਹਾ ਤੋਂ ਗੰਦਾ ਖੂਨ ਖਤਮ ਹੋ ਜਾਣਾ ਹੈਗਾ, ਇਹ ਆਪਦੇ ਆਪੇ ਹਟ ਜਾਂਦੀ ਹੈ ਜਾਂ ਦੁਬਾਰਾ ਲੱਗੇਗੀ ਨਹੀਂ ਉੱਥੇ। ਇਹ ਨਹੀਂ ਤੁਸੀਂ ਹਰੇਕ ਨੂੰ ਚੱਕ ਕੇ ਜਿਹਦੀ ਮਰਜ਼ੀ ਤੁਸੀਂ ਲਗਾ ਦਿਓ ਤਾਂ ਉੱਥੇ ਖੂਨ ਸੱਕ ਕਰਨਾ ਸ਼ੁਰੂ ਕਰ ਦੇਗੀ। ਜਿਹੜੀ ਟੋਭਿਆਂ ਤਲਾਬਾਂ 'ਚ ਵਿਸ਼ ਵਾਲੀ ਹੁੰਦੀ ਹੈ, ਉਹ ਹਰੇਕ ਦੇ ਲੱਗ ਜਾਂਦੀ ਹੈ, ਉਹਦਾ ਨੁਕਸਾਨ ਵੀ ਬਹੁਤ ਹੈਗਾ। ਤੋ ਇਹ ਬਹੁਤ ਅਥੈਂਟਿਕ, ਬਹੁਤ ਅੱਛੀ ਜਿਹੜੀ ਚਿਕਿਤਸਾ ਹੈਗੀ, ਜਿਹੜੀ ਕਿ ਅਸੀਂ ਬਹੁਤ ਲੋਕਾਂ ਨੂੰ ਫਾਇਦਾ ਵੀ ਹੁੰਦਾ ਹੈਗਾ ਔਰ ਜ਼ਿਆਦਾ ਦਵਾਈਆਂ ਵੀ ਖਾਣ ਦੀ ਲੋੜ ਨਹੀਂ ਪੈਂਦੀ। ਹੁਣ ਜਿਹੜੀ ਆਪਾਂ ਲੀਚ ਇਹਨਾਂ ਦੇ ਲਗਾਉਣੀ ਹੈ, ਪਹਿਲੇ ਤਾਂ ਮੈਨੂੰ ਇਹ ਦੱਸੋ ਕਿ ਮੈਡਮ ਦੇ ਪਰੇਸ਼ਾਨੀ ਕੀ ਹੈਗੀ ਹੈ ਤੇ ਇਹ ਲੀਚ ਕਿਵੇਂ ਉਹਨਾਂ ਦੀ ਪਰੇਸ਼ਾਨੀ ਦੂਰ ਕਰੇਗੀ? ਜਿਵੇਂ ਇਹਨਾਂ ਦੇ ਆਮ ਤੌਰ ਤੇ ਫਰੋਜ਼ਨ ਸ਼ੋਲਡਰ ਦੀ ਕੰਪਲੇਂਟ ਹੈ, ਇਹਨਾਂ ਦੇ ਬਾਂਹ ਦੇ ਵਿੱਚ ਦਰਦ ਟਰੈਵਲ ਹੁੰਦਾ ਨੈਕ ਤੋਂ। ਕਈਆਂ ਨੂੰ ਅਸੀਂ ਗਠੀਆ ਦੇ ਵਿੱਚ ਵੀ ਲੀਚ ਲਾਉਂਦੇ ਆ। ਗਾਊਟੀ ਅਥਰਾਈਟਿਸ ਸੁਣਿਆ ਹੋਏਗਾ ਬਹੁਤ ਲੋਕਾਂ ਨੇ, ਉਹਦੇ ਵਿੱਚ ਹੀ ਲੀਚ ਦਾ ਅਪਣਾਇਆ। ਜਿਹੜੀ ਸਰਕੂਲੇਸ਼ਨ ਨੈਕ ਤੋਂ ਬਾਂਹ ਵੱਲ ਜਾ ਰਹੀ ਹੈ, ਉਹ 'ਚ ਕਿਤੇ ਨਾ ਕਿਤੇ ਅਬਸਟ੍ਰਕਸ਼ਨ ਹੈ, ਤਾਂ ਉਹਨਾਂ ਨੂੰ ਪੇਨ ਹੁੰਦਾ, ਹੱਥ ਸੁੰਨ ਹੋ ਜਾਂਦਾ। ਕੋਈ ਰੁਕਾਵਟ ਹੈ ਤਾਂ ਹੀ ਹੱਥ ਸੁੰਨ ਹੋ ਰਿਹਾ। ਬਹੁਤ ਲੋਕ ਕਹਿੰਦੇ ਵੀ ਰਾਤ ਨੂੰ ਪਏ ਹੱਥ ਸੁੰਨ ਹੁੰਦੇ ਆ। ਉਹ ਜਿਹੜੀ ਨਰਵਸ ਸਿਸਟਮ ਨੂੰ ਦੁਬਾਰਾ ਰਿਵਾਈਵ ਕਰਨ ਲਈ, ਰੀਜੂਨੇਟ ਕਰਨ ਲਈ ਆਪਾਂ ਜੋਕ ਲਾਵਾਂਗੇ, ਔਰ ਜਦੋਂ ਖੂਨ ਦਾ ਸੰਚਾਲਨ ਠੀਕ ਚੱਲ ਪਏਗਾ ਤਾਂ ਆ ਜਿਹੜਾ ਪੇਨ ਹੈ ਆਪਣੇ ਆਪ ਸਬਸਾਈਡ ਹੋ ਜਾਏਗਾ। ਹੁਣ ਮੈਨੂੰ ਇਹ ਲਾ ਕੇ ਦੱਸੋ, ਤੇ ਨਾਲੇ ਜਿੱਥੇ ਲੀਚ ਲੱਗਣੀ ਹੁੰਦੀ ਹੈ, ਉਹ ਜਿਹੜਾ ਸਪੌਟ ਹੁੰਦਾ ਹੈ, ਉਹਦੀ ਕੋਈ ਖਾਸ ਗੱਲ ਹੋਣੀ ਚਾਹੀਦੀ ਹੈ? ਜਿਵੇਂ ਤੁਸੀਂ ਪਹਿਲੇ ਦੱਸ ਰਹੇ ਸੀਗੇ ਕਿ ਉੱਥੇ ਵਾਲ ਨਹੀਂ ਹੋਣੇ ਚਾਹੀਦੇ, ਉੱਥੇ ਜਿੰਨਾ ਕੁ ਸਾਫ਼ ਸਪੌਟ ਹੋਏਗਾ, ਜਾਂ ਉੱਥੇ ਲੋਮ ਕਹਿੰਦੇ ਆ ਅਸੀਂ ਆਯੁਰਵੇਦ 'ਚ ਇਹਨੂੰ, ਬਾਲ, ਜੇ ਬਾਲ ਨਾ ਹੋਣ ਤਾਂ ਓਨਾ ਹੀ ਉੱਥੇ ਲੀਚ ਜਲਦੀ ਪਕੜਦੀ ਹੈ। ਜਿਵੇਂ ਤੁਹਾਨੂੰ ਮੈਂ ਦਿਖਾ ਰਿਹਾ, ਇਹ ਲੀਚ ਹੈ। ਇਹ ਜਦ ਲੀਚ ਨੂੰ ਆਪਾਂ ਦੇਖਾਂਗੇ ਨਿਰਵਿਸ਼ ਹੈ, ਇਹਦਾ ਰੰਗ ਹੈ ਜਿਹੜਾ ਉਹ ਨਿਰਵਿਸ਼ ਹੈ। ਇਹ ਓਨੀ ਜਲਦੀ ਪਕੜੇਗੀ ਜਿੱਥੇ ਉਹ ਸਾਫ਼ ਜਗ੍ਹਾ ਮਿਲੇਗੀ ਇਹਨੂੰ। ਹੁਣ ਮੈਂ ਤੁਹਾਨੂੰ ਇੱਥੇ ਇੱਕ ਕੋਸ਼ਿਸ਼ ਕਰਦਾ ਕਿ ਇਮੀਡੀਏਟਲੀ ਲਾ ਕੇ ਦਿਖਾਣਾ। ਜਦ ਅਸੀਂ ਆਹ ਦੇਖੋ ਇਹਨੇ ਹੁਣ ਫੜਨਾ ਸ਼ੁਰੂ ਕਰਤਾ, ਇਹਦਾ ਮੂੰਹ ਬਣਨਾ ਸ਼ੁਰੂ ਹੋ ਰਿਹਾ। ਇੱਧਰ ਉਹਦਾ ਮੂੰਹ ਬਣ ਰਿਹਾ, ਉੱਧਰ ਮੈਡਮ ਦਾ ਮੂੰਹ ਬਣ ਰਿਹਾ। ਪੀੜ ਕਿੰਨੀ ਕੁ ਹੁੰਦੀ ਹੈ ਜੀ? ਪੀੜ ਕੁਛ ਨਹੀਂ ਹੁੰਦੀ, ਪੀੜ ਬਿਲਕੁਲ ਨਹੀਂ ਹੁੰਦੀ ਇਹਦੇ ਵਿੱਚ ਬਿਲਕੁਲ ਪੀੜ ਨਹੀਂ ਹੈ। ਜਿਵੇਂ ਆਪਾਂ ਥੋੜੀ ਚੁੰਡੀ ਵੱਢਦੇ ਹਾਂ, ਬਸ ਓਨਾ ਹੀ ਦਰਦ ਹੈ। ਇੰਜੈਕਸ਼ਨ ਤੋਂ ਵੀ ਘੱਟ ਦਰਦ ਹੈ, ਪਰ ਇਹਦੇ ਫਾਇਦੇ ਬਹੁਤ ਜ਼ਿਆਦਾ। ਜਦ ਇਹ ਮੂੰਹ ਬਣਾਏਗੀ, ਇਹਦਾ ਮੂੰਹ ਹਾਰਸ ਸ਼ੇਪ ਬਣੇਗਾ, ਮਤਲਬ ਜਿਹੜਾ ਇਹਦਾ ਮੂੰਹ ਹੋਏਗਾ ਬਿਲਕੁਲ ਵਾਯੂ ਸ਼ੇਪ ਹੋਏਗਾ। ਔਰ ਜਿਵੇਂ ਹਾਰਸ ਦਾ ਥੱਲੇ ਸ਼ੂ ਹੁੰਦਾ, ਉਵੇਂ ਇਹ ਮੂੰਹ ਬਣਾ ਕੇ ਉੱਪਰ ਨੂੰ ਕਰ ਲੇਗੀ, ਤਾਂ ਇਹਦਾ ਮਤਲਬ ਉਹ ਲੱਗ ਗਈ। ਵੈਸੇ ਵੈਦ ਸਾਹਿਬ ਇੱਕ ਚੀਜ਼ ਦੱਸੋ, ਸਾਨੂੰ ਤੇ ਲੀਚ ਬਾਰੇ ਪਤਾ, ਅਸੀਂ ਲੀਚ ਕੋਲੋਂ ਕੀ ਫਾਇਦੇ ਲੈ ਰਹੇ ਹਾਂ, ਇਸ ਪ੍ਰਾਣੀ ਨੂੰ ਨਹੀਂ ਪਤਾ ਕਿ ਇਹ ਕਿੰਨੀ ਕੁ ਲਾਭਦਾਇਕ ਹੈ। ਨਹੀਂ, ਬਿਲਕੁਲ ਠੀਕ ਹੈ ਤੁਹਾਡੀ ਸਰ। ਕਈ ਬਹੁਤ ਸਾਰੀ ਚੀਜ਼ਾਂ ਐਸੀਆਂ ਨੇਗੀਆਂ, ਕਈ ਹੁਣ ਮੈਡੀਸਨ ਨੇ ਜਾਂ ਇਸ ਪ੍ਰਾਣੀ ਨੂੰ ਨਹੀਂ ਪਤਾ, ਜਾਂ ਕਈ ਲੋਕਾਂ ਦਾ ਮੈਂ ਦੇਖਿਆ ਹੈਗਾ ਬਹੁਤ ਦਵਾਈਆਂ ਖਾ ਕੇ ਵੀ ਹੁਣ ਫਰੋਜ਼ਨ ਸ਼ੋਲਡਰ ਹੈ ਜਿਹੜਾ ਉਹ ਠੀਕ ਨਹੀਂ ਹੁੰਦਾ, ਔਰ ਫਿਰ ਉਹਨਾਂ ਦਵਾਈਆਂ ਦੇ ਸਾਈਡ ਇਫੈਕਟ ਚੱਲਣੇ ਪੈਂਦੇ ਨੇਗੇ। ਇਸ ਲਈ ਤਾਂ ਅਸੀਂ ਆਯੁਰਵੇਦ ਨੂੰ ਕਹਿੰਦੇ ਵੀ ਆਯੁਰਵੇਦ ਜਿਹੜੀ ਚਿਕਿਤਸਾ ਹੈਗੀ ਉਹ ਬਹੁਤ ਅੱਛੀ ਚਿਕਿਤਸਾ ਹੈਗੀ, ਜਿਹੜੀ ਕਿ ਐਕਸਟਰਨਲ ਯੂਜ਼ ਹੋਣ ਨਾਲ ਬਹੁਤ ਸਾਰੀਆਂ ਐਸੀਆਂ ਥੈਰੇਪੀਜ਼ ਨੇ ਜਿਹੜੀਆਂ ਪੰਚਕਰਮਾਂ ਦੇ ਹੇਠ ਅਸੀਂ ਕਰਦੇ ਹਾਂਗੇ। ਇਹ ਡਾਕਟਰ ਸਾਹਿਬ ਜਿਹੜੇ ਨੇਗੇ ਸਾਊਥ ਤੋਂ ਟ੍ਰੇਨਿੰਗ ਲੈ ਕੇ ਆਏ ਨੇਗੇ, ਕਰਨਾਟਕਾ ਤੋਂ। ਅਤੇ ਉਹ ਜਿਹੜੀ ਟ੍ਰੇਨਿੰਗ ਹੈ ਉਹ ਅੱਜ ਇੱਥੇ ਸਾਡੇ ਨਾਰਥ ਇੰਡੀਆ ਦੇ ਵਿੱਚ ਬੜੀ ਇਹਨਾਂ ਦੀ ਕੰਮ ਆ ਰਹੀ ਹੈ। ਬਹੁਤ ਲੋਕ ਸਿਹਤਯਾਬ ਹੋ ਰਹੇ ਨੇਗੇ। ਅਸੀਂ ਉਹਨਾਂ ਲੋਕਾਂ ਦੀਆਂ ਇੰਟਰਵਿਊ ਜਿਹੜੀਆਂ ਆਪਦੇ ਵੈਬਸਾਈਟ 'ਤੇ ਵੀ ਟੈਸਟੀਮੋਨੀਅਲ ਪਾਉਂਦੇ ਆਂਗੇ, ਤਾਂ ਕਿ ਲੋਕਾਂ ਨੂੰ ਅਵੇਅਰਨੈਸ ਹੋਵੇ। ਇਹ ਕੀ ਗੱਲ ਨਾਰਾਜ਼ ਹੈ ਅੱਜ? ਕੀ ਟਾਈਮ ਲੈਂਦੀ ਹੈ? ਇਹ ਆਪਣਾ ਰਸਤਾ ਲੱਭਦੀ ਹੈ ਜੀ। ਰਸਤਾ ਲੱਭ ਕੇ ਦੇਖਦੀ ਹੈ ਕਿੱਥੇ ਖੂਨ ਦਾ ਪਕੜ, ਸਰਕੂਲੇਸ਼ਨ ਠੀਕ ਹੈ, ਉੱਥੇ ਹੀ ਇਹ ਚਿੰਬੜਦੀ ਹੈ। ਜਦੋਂ ਡਾਕਟਰ ਸਾਹਿਬ ਤੁਸੀਂ ਕਰਨਾਟਕਾ ਪੜ੍ਹਾਈ ਕਰਦੇ ਸੀਗੇ, ਤੁਹਾਨੂੰ ਪੜ੍ਹਾਈ ਦੌਰਾਨ ਲੀਚ ਬਾਰੇ ਹੋਰ ਕੀ ਖਾਸ ਜਾਣਕਾਰੀ ਉਹ ਦਿੰਦੇ ਸੀ? ਮੈਂ ਬੇਸਿਕਲੀ MD ਹਾਂ ਪੰਚਕਰਮਾ ਸਬਜੈਕਟ ਦੇ ਵਿੱਚ। ਇਹ ਆਯੁਰਵੇਦ ਦਾ ਇੱਕ ਅੰਗ ਹੈ, ਸਬਜੈਕਟ ਹੈ, ਜਿਹਦੇ ਵਿੱਚ ਰਕਤ ਮੋਕਸ਼ਣ ਸਭ ਤੋਂ ਵੱਡਾ ਇੱਕ ਅੰਗ ਮੰਨਿਆ ਜਾਂਦਾ। 5 ਕਰਮਾਂ 'ਚੋਂ ਇੱਕ ਕਰਮ ਹੈ। ਅਸੀਂ ਉੱਥੇ ਲੀਚ ਦਾ ਬਹੁਤ ਜ਼ਿਆਦਾ ਵਰਤੋਂ ਕਰਦੇ ਸੀ ਕਿ ਉੱਥੇ ਨੰਬਰ ਆਫ ਪੇਸ਼ੈਂਟ ਬਹੁਤ ਜ਼ਿਆਦਾ ਸੀਗੇ। ਆਲਮੋਸਟ ਜਿਹੜੇ ਨੰਬਰ ਆਫ ਪੇਸ਼ੈਂਟ ਸੀਗੇ ਉੱਥੇ, ਅਸੀਂ ਰੋਜ਼ ਜਿਹੜੇ ਦੇਖਦੇ ਸੀ 400-500 ਪੇਸ਼ੈਂਟ ਨੂੰ ਰੋਜ਼ ਦੇਖਦੇ ਸੀਗੇ। ਸੋ ਲੀਚ ਅਸੀਂ ਆਮ ਸਵੇਰੇ ਤੋਂ ਸ਼ੁਰੂ ਹੋ ਕੇ ਰਾਤ ਤੱਕ ਇਹੀ ਕੰਮ ਹੁੰਦਾ ਸੀ ਸਾਡਾ, ਵਮਨ ਕਰਾਉਣਾ, ਵਿਰੇਚਨ ਕਰਾਉਣਾ, ਲੀਚ ਲਾਉਣਾ। ਅਤੇ ਉੱਥੇ ਹੀ ਜਿਹੜੀ ਪ੍ਰੈਕਟਿਸ ਅੱਜ ਲੋਕਾਂ ਦੇ ਅਸੀਂ ਇੱਥੇ ਕੰਮ ਆ ਰਹੀ ਹੈ। ਇਹ ਨਵੇਂ ਜ਼ਮਾਨੇ ਦੀਆਂ ਕੁੜੀਆਂ ਜਿਨ੍ਹਾਂ ਨੂੰ
ਬਾਹਰ ਵੀ ਘੁੰਮਣਾ ਹੈ, ਜਿਨ੍ਹਾਂ ਨੂੰ ਇਹ ਬਰਦਾਸ਼ਤ ਨਹੀਂ ਹੁੰਦਾ ਕਿ ਮੂੰਹ ਤੇ ਕੋਈ ਦਾਣਾ ਨਿਕਲ ਆਵੇ, ਐਕਨੇ ਹੋ ਗਿਆ, ਪਿੰਪਲ ਹੋ ਗਿਆ, ਇਹ ਡਾਕਟਰ ਸਾਹਿਬ ਜੋ ਤੁਹਾਡੇ ਕੋਲ ਆਉਂਦੀਆਂ ਹੈਗੀਆਂ ਤੇ ਕਿਸ ਤਰੀਕੇ ਨਾਲ ਤੁਸੀਂ ਸਮਝਾਉਂਦੇ ਵੀ ਹੋ, ਜਾਂ ਉਹ ਆਪਦਾ ਜੋ ਜਜ਼ਬਾਤ ਹੈ ਤੁਹਾਡੇ ਤੱਕ ਰੱਖਦੀਆਂ, ਗੱਲਬਾਤ ਕੀ ਹੁੰਦੀ ਹੈ? ਤੁਸੀਂ ਯਕੀਨ ਕਰਿਓ, ਕਈ ਵਾਰ ਅਸੀਂ ਉਹਨਾਂ ਲੜਕੀਆਂ ਨੂੰ ਇਹ ਸਮਝਾਉਂਦੇ ਹਾਂ ਵੀ ਤੁਹਾਡਾ ਜਿਹੜੇ ਐਕਨੇ ਹੈ ਇਹ ਪਿੱਤ ਦੀ ਬ੍ਰਿਧੀ ਹੈ, ਕਫ ਦੀ ਬ੍ਰਿਧੀ ਹੈ, ਵੀ ਇਹ ਮੈਡੀਸਨ ਦੇ ਨਾਲ ਥੋੜ੍ਹੇ ਦਿਨ ਦੇ ਵਿੱਚ ਠੀਕ ਹੋ ਜਾਏਗਾ। ਪਰ ਉਹ ਇੰਨਾ ਪੜ੍ਹ ਕੇ ਆਉਂਦੀਆਂ ਨੇ ਇਹਦੇ ਬਾਰੇ, ਉਹ ਖੁਦ ਸਾਨੂੰ ਆ ਕੇ ਪੇਸ਼ੈਂਟ ਡਿਮਾਂਡ ਕਰਦੇ ਨੇ ਵੀ ਜੀ ਠੀਕ ਹੈ ਤੁਸੀਂ ਸਾਨੂੰ ਮੈਡੀਸਨ ਤਾਂ ਜ਼ਰੂਰ ਦਿਓ, ਪਰ ਸਾਨੂੰ ਤੁਸੀਂ ਲੀਚ ਥੈਰੇਪੀ ਜ਼ਰੂਰ ਲਗਾਓ। ਅਸੀਂ ਪੜ੍ਹਿਆ, ਸਟੱਡੀ ਕਰਿਆ ਵੀ ਉਹ ਜਿਹੜੀ ਲੀਚ ਹੈ ਉਹ ਸਿਰਫ ਗੰਦਾ ਖੂਨ ਹੀ ਸਾਡਾ ਸੱਕ ਕਰੇਗੀ ਔਰ ਸਾਨੂੰ ਕੋਈ ਫੇਸ 'ਤੇ ਨਿਸ਼ਾਨ ਨਹੀਂ ਪਏਗਾ। ਅਸੀਂ ਕਈ ਵਾਰ ਕਹਿੰਦੇ ਵੀ ਨਹੀਂ ਤੁਸੀਂ ਪਹਿਲਾਂ ਇੱਕ ਵਾਰ ਟਰਾਈ ਕਰ ਲਓ, ਤੁਹਾਡੇ ਕੋਈ ਦਾਗ ਜਾਂ ਕੋਈ ਇਸ ਤਰ੍ਹਾਂ ਦੀ ਚੀਜ਼ ਨਾ ਹੋਵੇ ਜੇ, ਲੇਕਿਨ ਉਹ ਖੁਦ ਸਾਨੂੰ ਕੋਲ ਆ ਕੇ ਪੇਸ਼ੈਂਟ ਡਿਮਾਂਡ ਕਰਦੇ ਨੇ। ਅਸੀਂ ਇਸ ਗੱਲੋਂ ਖੁਸ਼ ਵੀ ਹੁੰਦੇ ਹਾਂ ਵੀ ਅੱਜ ਲੋਕਾਂ ਨੂੰ ਕਿੰਨੀ ਅਵੇਅਰਨੈਸ ਹੋ ਗਈ ਇਹਦੇ ਬਾਰੇ। ਔਰ ਕਈ ਵਾਰ ਅਸੀਂ ਇਹ ਵੀ ਸੋਚਦੇ ਹਾਂ ਵੀ ਯਾਰ ਕਿਤੇ ਇਸ ਤਰ੍ਹਾਂ ਨਾ ਹੋਵੇ ਵੀ ਇਹਦੇ ਕੋਈ, ਕਿਉਂਕਿ ਦੇਖੋ ਇਹਦਾ ਥੋੜ੍ਹੇ ਦਿਨ ਦਾਗ ਤਾਂ ਰਹਿੰਦਾ ਹੀ ਹੈ ਨਾ ਦੰਦ ਦਾ, ਠੀਕ ਹੈ ਨਾ ਜੀ, ਲੱਗ ਗਈ ਹੈ ਥੋੜਾ ਟਾਈਮ ਲੱਗ ਰਿਹਾ। ਅੱਛਾ, ਦੂਜੀ ਗੱਲ, ਹਾਲੇ ਜੋ ਮੈਂ ਇਹਦਾ ਸਾਈਜ਼ ਵੇਖ ਪਾ ਰਿਹਾ, ਇਹ ਜਦੋਂ ਖੂਨ ਸੱਕ ਕਰਨਾ ਸ਼ੁਰੂ ਕਰ ਦੇਗੀ ਬਹੁਤ ਵੱਡੀ ਹੋ ਜਾਏਗੀ, ਬਹੁਤ ਵੱਡੀ ਹੋ ਜਾਂਦੀ ਹੈ। ਆਲਮੋਸਟ ਇਹ 4 ਟਾਈਮ ਵੱਡੀ ਹੋ ਜਾਂਦੀ ਹੈ। ਇਹ 'ਚ ਇੰਨੀ ਸ਼ਮਤਾ ਹੈ, ਛੋਟੀ ਲੱਗ ਰਹੀ ਹੈ, ਜਦ ਆਪਾਂ ਉਹਨੂੰ ਸੱਕ ਕਰਾਵਾਂਗੇ ਆਲਮੋਸਟ 4 ਟਾਈਮਸ ਆਪਣੇ ਸਾਈਜ਼ ਤੋਂ ਵੱਡੀ ਹੋ ਜਾਂਦੀ ਹੈ। ਇਹ ਵੈਦ ਸਾਹਿਬ ਇੱਕ ਚੀਜ਼ ਦੱਸੋ, ਇਹ ਕਿਤੇ ਇਹੀ ਯੂਜ਼ ਐਂਡ ਥਰੋ ਵਾਲਾ ਪਰਪਸ ਤੇ ਨਹੀਂ ਹੁੰਦਾ ਕਿ ਵਰਤੀ ਤੇ ਸੁੱਟਤੀ ਤਾਂ ਇਹ ਗੱਲ ਖਤਮ? ਇਸ ਤਰ੍ਹਾਂ ਨਹੀਂ ਹੈ ਜੀ। ਦੇਖੋ ਅਸੀਂ ਤਾਂ ਬਲਕਿ ਚਾਹੁੰਦੇ ਹਾਂ ਵੀ ਇਹ ਖਰਾਬ ਨਾ ਹੋਵੇ, ਜਿੰਦਾ ਰਹੇ। ਅਸੀਂ ਇਹਨੂੰ ਵੋਮਟਿੰਗ ਕਰਾਵਾਂਗੇ ਬਕਾਇਦਾ, ਅਸੀਂ ਇਹਨੂੰ ਥੋੜ੍ਹਾ ਹਲਦੀ ਦਾ ਟੇਸਟ ਕਰਵਾਵਾਂਗੇ, ਉਹਨਾਂ ਦੀ ਵੋਮਟਿੰਗ ਹੋ ਜਾਏਗੀ ਔਰ ਉੱਥੋਂ ਉਦੋਂ ਤਾਂ ਪਤਾ ਲੱਗੇਗਾ ਵੀ ਕਿੰਨਾ ਬਲੱਡ ਨਿਕਲਿਆਗਾ, ਕਿੰਨਾ ਜਿਹੜਾ ਗੰਦਾ ਖੂਨ ਹੈ ਉਹਦੋਂ ਨਿਕਲਿਆ, ਤਾਂ ਹੀ ਤਾਂ ਪਤਾ ਲੱਗੇਗਾ ਨਾ। ਔਰ ਪੇਸ਼ੈਂਟ ਨੂੰ ਤਾਂ ਪਤਾ ਲੱਗੇਗਾ ਹੀ ਜਦੋਂ ਉਹਨੂੰ ਹਲਕਾਪਣ ਮਹਿਸੂਸ ਹੋਏਗਾ। ਲੇਕਿਨ ਉਹਦੇ ਨਾਲ ਕੀ ਹੈ ਕਿ ਸਾਡੀ ਵੀ ਸੈਟਿਸਫੈਕਸ਼ਨ ਹੁੰਦੀ ਹੈ ਔਰ ਕਦੇ ਵੀ ਇਸ ਤਰ੍ਹਾਂ ਮਰਦੀ ਨਹੀਂ ਹੈ। ਇਹਦੀ ਇੱਕ ਲਾਈਫ ਹੈਗੀ, ਇਹ ਆਪਣੀ ਲਾਈਫ ਤੋਂ ਬਾਅਦ ਇਸ ਦਾ ਪੂਰਾ ਪ੍ਰੋਡਕਸ਼ਨ ਦੇਖਿਆ ਤੁਸੀਂ ਪ੍ਰੀਜ਼ਰਵ ਕਰਕੇ ਰੱਖ ਦਿਆਂਗੇ ਬਹੁਤ ਧਿਆਨ ਨਾਲ ਹਰੇਕ ਚੀਜ਼ ਦਾ। ਔਰ ਸਭ ਤੋਂ ਵੱਡੀ ਗੱਲ ਹੈ ਜੀ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਇਹ ਨਹੀਂ ਹੈ ਵੀ ਇਹਦਾ ਕੋਈ ਨਿਸ਼ਾਨ ਰਹਿ ਜਾਏਗਾ, ਉਹ ਨਿਸ਼ਾਨ ਜਿਹੜਾ ਤੁਹਾਨੂੰ ਦੱਸਿਆ ਨਾ ਵਾਈ ਸ਼ੇਪ ਦਾ, ਉਹ ਥੋੜ੍ਹੇ ਦਿਨਾਂ ਵਿੱਚ ਆਪਦੇ ਆਪੇ ਗਾਇਬ ਹੋ ਜਾਏਗਾ। ਕਰਨ ਜੀ, ਇੱਕ ਚੀਜ਼ ਦੱਸੋ, ਜਦੋਂ ਤੁਸੀਂ ਇਹ ਵੱਡੇ ਹਸਪਤਾਲਾਂ ਦੇ ਵਿੱਚ ਲੀਚ ਨੂੰ ਭੇਜਦੇ ਹੋ ਤੇ ਉਹਨਾਂ ਨੂੰ ਸਮਝਾਉਂਦੇ ਹੋ ਕਿ ਭਾਈ ਸਾਹਿਬ ਇਹ ਲੀਚ ਜਿਹੜੀ ਹੈਗਾ ਤੇ ਜੀਵ ਜੰਤੂ ਹੀ ਹੈ? ਬਿਲਕੁਲ ਬਿਲਕੁਲ, ਅਸੀਂ ਉਹਨਾਂ ਨੂੰ ਬਲਕਿ ਹਲਦੀ ਵੀ ਨਾਲ ਦੇ ਕੇ ਭੇਜਦੇ ਹਾਂ, ਉਹਨੂੰ ਸਮਝਾ ਕੇ ਭੇਜਦੇ। ਜਿਹੜਾ ਕੋਈ ਹੁੰਦਾ ਹੈ ਕਿ ਅਸੀਂ ਉੱਥੇ ਜਾਂਦੇ ਹਾਂ, ਵਿਜ਼ਿਟ ਕਰਦੇ ਹਾਂ, ਕਿ ਇਹਦੀ ਲਾਈਫ ਵੀ ਉਨੀ ਇੰਪੋਰਟੈਂਟ ਹੈ। ਜੇ ਕਿਸੇ ਦੀ ਲਾਈਫ ਸੇਵਰ ਹੈ ਤਾਂ ਇਹਦੀ ਲਾਈਫ ਵੀ ਉਨੀ ਇੰਪੋਰਟੈਂਟ ਹੈ। ਅਸੀਂ ਉਸ ਨੂੰ ਅਗਰ ਵਮਨ ਕਰਾ ਦਾਂਗੇ, ਉਲਟੀ ਕਰਾ ਦਾਂਗੇ ਤੇ ਬਚ ਜਾਏਗੀ, ਤੇ ਇਹਨੂੰ ਬਾਅਦ 'ਚ ਕਿਸੇ ਪਾਣੀ ਵਗੈਰਾ ਕਿਤੇ ਰੱਖ ਸਕਦੇ ਹਾਂ। ਅੱਛਾ, ਫਿਰ ਇਹ ਦੂਜੀ ਗੱਲ ਤੁਸੀਂ ਦੱਸੋ ਮੈਨੂੰ, ਇਹ ਕਿ ਖੂਨ ਇਹਨੇ ਚੂਸ ਲਿਆ, ਬਲੱਡ ਸਕਿੰਗ ਹੋ ਗਈ ਇਹਦੀ, ਉਸ ਤੋਂ ਬਾਅਦ ਇਹਨੂੰ ਸੁਨੇਹਾ ਕੌਣ ਘੱਲੇਗਾ ਕਿ ਬਸ ਕਰ, ਹੁਣ ਬਹੁਤ ਹੋ ਗਿਆ? ਇਹ ਸਿਰਫ ਇਹ ਦੂਸ਼ਿਤ ਰਕਤ ਨੂੰ ਹੀ ਚੂਸਦੀ ਹੈ। ਜਿੰਨਾ ਇੰਪਿਓਰ ਬਲੱਡ ਉਸ ਜਗ੍ਹਾ ਤੇ ਹੋਏਗਾ ਉਹਨੂੰ ਹੀ ਚੂਸੇਗੀ, ਇਸ ਤੋਂ ਇਲਾਵਾ ਪਿਓਰ ਬਲੱਡ ਨਹੀਂ ਚੂਸੇਗੀ। ਮਤਲਬ ਇਹਦੇ ਅੰਦਰ ਇਹੋ ਜਿਹਾ ਨਰਵਸ ਸਿਸਟਮ ਰੱਬ ਨੇ ਸੁੱਟਿਆ ਹੋਇਆ ਹੈ ਕਿ ਇਹਨੂੰ ਪਤਾ ਲੱਗ ਜਾਏਗਾ ਕਿ ਗੰਦਾ ਖੂਨ ਇਹਨੇ ਚੂਸ ਲਿਆ ਤੇ ਹੁਣ ਟਾਟਾ ਪਾਏ ਹੋਏ ਆ ਜੀ। ਮੈਂ ਤੁਹਾਨੂੰ ਦੱਸਦਾ, ਇਹਦਾ ਸਪੈਸ਼ਲੀ ਆ ਦੇਖੋ, ਇਹਦਾ ਮੂੰਹ ਕਿਵੇਂ ਹੋ ਗਿਆ ਹੁਣ। ਵੱਡੀ ਜੱਦੋ ਜਹਿਦ ਦੇ ਬਾਅਦ ਲੀਚ ਲੱਗ ਚੁੱਕੀ ਹੈ, ਤੁਸੀਂ ਦੇਖ ਸਕਦੇ ਹੋ। ਇਹਦੇ ਵਿੱਚ ਬੇਸਿਕਲੀ ਇਹਦਾ ਜਿਹੜਾ ਮੂੰਹ ਹੈ ਹਾਰਸ ਦੇ ਸ਼ੂ ਵਾਂਗੂ ਬਣਿਆ ਜਾਂਦਾ, ਜੋ ਗ੍ਰੰਥਾਂ 'ਚ ਲਿਖਿਆ ਗਿਆ। ਇਹਦੀ ਟੇਲ ਹੈ, ਇਹਨੇ ਟੇਲ ਇੱਕ ਜਗ੍ਹਾ ਤੇ ਕਰ ਲਈ ਔਰ ਆਪਣਾ ਮੂੰਹ ਇੱਕ ਜਗ੍ਹਾ ਤੇ ਕਰ ਲਿਆ। ਮੀਨਸ ਇਹ ਸਕਿੰਗ ਸ਼ੁਰੂ ਕਰ ਰਹੀ ਹੈ। ਹੁਣ ਇਹ ਬਿਲਕੁਲ ਤਿਆਰ ਹੈ, ਇਹ ਚੌੜੀ ਹੋ ਜਾਏਗੀ। ਪੁੱਛਿਆ ਸੀ ਨਾ ਵੀ ਇਹਨੂੰ ਹਟਾਇਆ ਕਿਵੇਂ? ਜੇ ਮੰਨ ਲਓ ਸਾਨੂੰ ਇਹ ਲੱਗੇ ਵੀ ਹਜੇ ਜਿਹੜਾ ਗੰਦਾ ਖੂਨ ਰਹਿੰਦਾ ਹੈਗਾ ਨਹੀਂ ਹਟ ਰਹੀ ਔਰ ਪੇਸ਼ੈਂਟ ਆਨੇ ਜੀ ਮਹਿਸੂਸ ਕਰੇ, ਕਈ ਵਾਰ ਹੁੰਦਾ ਨਾ ਪੇਸ਼ੈਂਟ ਨੂੰ ਥੋੜ੍ਹਾ ਅਨਈਜੀ ਲੱਗਦਾ ਹੈਗਾ, ਤਾਂ ਅਸੀਂ ਥੋੜ੍ਹਾ, ਸਾਡੇ ਕੋਲ ਤਰੀਕਾ ਹੈਗਾ, ਅਸੀਂ ਕਈ ਵਾਰ ਹਲਦੀ ਨਾਲ, ਕਈ ਵਾਰ ਹੋਰ ਸਾਡੇ ਜਿਹੜੇ ਟੋਟਕੇ ਉਹਦੇ ਨਾਲ ਨੂੰ ਜਦੋਂ ਉਹਦੇ ਮੂੰਹ ਕੋਲ ਕਰਦੇ ਹਾਂ ਤਾਂ ਉਹਨੂੰ ਛੱਡ ਦਿੰਦੀ ਹੈ। ਅੱਛਾ, ਇਹ ਹਲਦੀ ਤੋਂ ਇੰਨਾ ਭੱਜਦੀ ਕਿਉਂ ਹੈ? ਹਲਦੀ ਜਿਹੜੀ ਹੈ ਨਾ ਜੀ, ਹਲਦੀ ਦੇ ਗੁਣ ਇੰਨੇ ਨੇਗੇ, ਕਿਸੇ ਲਈ ਦੇਖੋ ਮਾਂ ਸਵਾਦੀ, ਕਿਸੇ ਲਈ ਬਾਦੀ। ਇਹਦੇ ਲਈ ਜਿਹੜੀ ਹਲਦੀ ਹੈ ਉਹ ਪੋਇਜ਼ਨ ਟਾਈਪ, ਉਹ ਇਹਨੂੰ ਅੱਛੀ ਨਹੀਂ ਲੱਗਦੀ ਹੈ। ਇਹ ਫਿਰ ਅੱਛਾ, ਉਹਦੇ ਨਾਲ 2 ਪਰਪਸ ਸਾਡੇ ਹੱਲ ਹੁੰਦੇ ਨੇਗੇ, ਇੱਕ ਤਾਂ ਉਹ ਮੂੰਹ ਛੱਡ ਦਿੰਦੀ ਹੈ, ਦੂਸਰਾ ਵੋਮਟਿੰਗ ਕਰ ਦਿੰਦੀ ਹੈ। ਉਹਦੇ 'ਚ ਸਾਨੂੰ ਪਤਾ ਹੁਣ ਤੁਸੀਂ ਆ ਕੀ ਕਰਦੇ ਪਏ ਹੋ? ਹਾਂ, ਅਸੀਂ ਇਹਨੂੰ ਨਾ ਸਪੈਸ਼ਲੀ ਢੱਕ ਰਹੇ ਹਾਂ ਠੰਡੀ ਕਾਟਨ ਪਾਣੀ ਨਾਲ। ਉਹਦਾ ਕਾਰਨ ਕੀ ਹੈ, ਜਿਹੜਾ ਖੂਨ ਹੈ ਉਹ ਥੋੜਾ ਗਰਮ ਹੁੰਦਾ ਤੇ ਇਹਨੂੰ ਕੋਈ ਨੁਕਸਾਨ ਨਾ ਹੋਵੇ, ਤਾਂ ਇਹਨੂੰ ਕੋਈ ਦੀ ਪ੍ਰੋਪਰ ਜਿਹੜੀ ਸਰਕੂਲੇਸ਼ਨ ਚੱਲੀ ਜਾਵੇ, ਤਾਂ ਅਸੀਂ ਇਹਨੂੰ ਢਕਾਂਗੇ ਤਾਂ ਕਿ ਇਹ ਪ੍ਰੋਪਰਲੀ ਈਜ਼ੀਲੀ ਇਹਨੂੰ ਐਸਾ ਟੈਂਪਰੇਚਰ ਦੇਣਾ ਕਿ ਇਹ ਸਕ ਕਰ ਸਕੇ ਈਜ਼ੀਲੀ। ਇਹ ਕਿੰਨੇ ਕੁ ਟੈਂਪਰੇਚਰ ਤੱਕ ਰੱਖਦੇ ਹੋ ਜੀ ਇਹਨੂੰ? ਗਰਮੀ ਤਾਂ ਜਿਵੇਂ ਬੜੀ ਬਾਹਰ ਰੂਮ ਟੈਂਪਰੇਚਰ ਤੇ ਆਮ ਤੌਰ ਤੇ ਰਹਿੰਦੀਆਂ, ਤੇ ਯੂਜੂਲੀ ਗਰਮੀ ਥੋੜਾ ਜਿਹਾ ਸਾਨੂੰ ਇਹ ਫੇਸ ਕਰਨਾ ਪੈਂਦਾ ਹੈ, ਜਲਦੀ ਮਰ ਜਾਂਦੀ ਹੈ। ਜਿਹੜਾ ਲਾਈਫ ਸਪੈਨ ਹੈ, ਗਰਮੀ ਥੋੜਾ ਤੰਗ ਕਰਦੀ ਹੈ, ਪਰ ਆਮ ਤੌਰ ਤੇ ਰੂਮ ਟੈਂਪਰੇਚਰ ਤੇ ਮਿੱਟੀ ਪਾ ਕੇ ਰੱਖਦੇ ਹਾਂ ਅਸੀਂ। ਇਹ ਜਿਹੜਾ ਭਾਂਡਾ ਅਸੀਂ ਰੱਖਿਆ ਹੋਇਆ, ਸਪੈਸ਼ਲ ਰੱਖਿਆ ਹੋਇਆ, ਉਹ 'ਚ ਮਿੱਟੀ 2-4 ਦਿਨ ਬਾਅਦ ਅਸੀਂ ਚੇਂਜ ਵੀ ਕਰਦੇ ਹਾਂ, ਪਲੱਸ ਰੂਮ ਟੈਂਪਰੇਚਰ ਤੇ ਰੱਖਦੇ ਹਾਂ।
ਇੱਕ ਡਾਕਟਰ ਸਾਹਿਬ ਬੜਾ ਵੱਡਾ ਅਣਹੋਣੀ ਹੋ ਗਈ ਸੀਗੀ ਪੰਜਾਬ ਦੇ ਵਿੱਚ ਜਦੋਂ ਸਾਡੇ ਅਫਸਰ ਦਾ ਹੱਥ ਵੱਢਿਆ ਗਿਆ ਸੀਗਾ ਕਿਸੇ ਹਾਦਸੇ ਦੇ ਵਿੱਚ। ਉਦੋਂ ਇਹ ਲੀਚ ਨੇ ਬੜਾ ਕੰਮ ਕੀਤਾ ਸੀਗਾ, ਕਰਾਮਾਤੀ ਕੰਮ। ਉਹ ਲੀ ਸਾਡੇ ਕੋਲੋਂ ਹੀ ਗਈ। ਮੈਡਮ ਹੱਸ ਪਏ ਉੱਥੇ ਪਿੱਛੇ, ਇਹ ਨਾਲ ਲੈ ਕੇ ਗਏ ਸੀ। ਉਹ ਲੀਜ ਜਿਹੜੀ ਹੈ ਚੰਡੀਗੜ੍ਹ 에ਅਰਵੇ ਸੈਂਟਰ ਵੱਲੋਂ ਹੀ ਗਈ ਸੀ, ਕਿਉਂਕਿ ਨਾ ਪਿਛਲੇ 3-4 ਸਾਲ ਤੋਂ ਜਿਹੜਾ ਉੱਥੇ ਡਿਪਾਰਟਮੈਂਟ ਇਹ ਬਣਿਆ ਹੋਇਆ ਹੈਗਾ, ਉਹਨਾਂ ਕੋਲੇ ਚਾਹੇ ਡਾਕਟਰ ਜਿੰਨੇ ਮਰਜ਼ੀ ਸਿਆਣੇ ਜਾਂ ਜਿੰਨੇ ਮਰਜ਼ੀ ਪੜ੍ਹੇ ਲਿਖੇ ਨੇਗੇ, ਲੇਕਿਨ ਇਹਦੇ ਬਾਰੇ ਉਹਨਾਂ ਨੂੰ ਨੌਲੇਜ ਨਹੀਂ ਹੈ। ਲੇਕਿਨ ਉਹਨਾਂ ਨੂੰ ਇਹ ਨੌਲੇਜ ਹੈ ਵੀ ਜਿਹੜੀ ਲੀਚ ਹੈ ਇਹ ਜਿੰਨੀ ਸਰਕੂਲੇਸ਼ਨ ਹੈ ਜਾਂ ਕਲੌਟਿੰਗ ਹੈ ਉਹਨੂੰ ਸਕ ਕਰਨ ਵਾਸਤੇ ਸਭ ਤੋਂ ਇੰਪੋਰਟੈਂਟ ਹੈ ਜਿੱਥੇ ਬਲੱਡ ਥਿਨਰ ਕੰਮ ਨਹੀਂ ਕਰਦੇ, ਕਿਉਂਕਿ ਦੇਖੋ ਬਲੱਡ ਥਿਨਰ ਦੀ ਇੱਕ ਲਿਮਿਟ ਹੈ। ਉਸ ਤੋਂ ਬਾਅਦ ਉਹਨੂੰ ਪਤਾ ਮੈਨੂੰ ਮੈਂ ਟੋਕਦਾ ਤੁਹਾਨੂੰ ਵਿੱਚ, ਮੈਨੂੰ ਇੱਕ ਗੱਲ ਦੱਸੋ, ਹੁਣ ਜਿਹੜੇ ਵੀਡੀਓ ਦੇਖਦੇ ਪਏ ਆ ਉਹਨਾਂ ਨੇ ਕਹਿਣਾ ਐਵੇਂ ਕਮਲ ਕੁੱਟਦੇ ਪਏ ਆ, ਪੀਜੀਆਈ ਦੇ ਡਾਕਟਰਾਂ ਨੇ ਹੱਥ ਜੋੜਤਾ, ਇਹਨੇ ਲੀਚ ਨੇ ਕੀ ਕਰਨਾ ਸੀ ਵਿੱਚ। ਹੁਣ ਸਮਝਾਓ ਇਹ ਕਿ ਲੀਚ ਨੇ ਕੀਤਾ ਕੀ। ਮੈਂ ਸਮਝਾਉਣਾ। ਬੇਸਿਕਲੀ ਜਦ ਕੋਈ ਵੀ ਆਪਾਂ ਕੋਈ ਅੰਗ ਜੋੜਦੇ ਆ, ਐਂਪੂਟੇਸ਼ਨ ਡਿਪਾਰਟਮੈਂਟ ਹੁੰਦੇ ਆ, ਜਿਵੇਂ ਪੀਜੀ ਦਾ ਐਂਪੂਟੇਸ਼ਨ ਡਿਪਾਰਟਮੈਂਟ ਹੈ। ਐਂਪੂਟੇਸ਼ਨ ਡਿਪਾਰਟਮੈਂਟ ਉਹ ਹੁੰਦਾ ਜਿਹੜੇ ਟੁੱਟੇ ਵੱਡੇ ਕੱਟੇ ਹੱਥ ਨੂੰ ਲੱਤਾਂ ਨੂੰ ਆਪਸ 'ਚ ਜੋੜਦਾ, ਪੈਰਾਂ ਨੂੰ ਹੱਥਾਂ ਨੂੰ ਜੋੜਦੇ ਆ, ਪਰ ਉਹ ਸਰਜਰੀ ਨਾਲ ਜੁੜ ਤਾਂ ਜਾਂਦੇ ਆ, ਪਰ ਅਸਲੀ ਕੰਮ ਕੀ ਹੈ? ਖੂਨ ਦਾ ਭਾਵ। ਜੇ ਉਸ ਅੰਗ ਜੁੜੇ 'ਚ ਖੂਨ ਨਾ ਚੱਲਿਆ ਤਾਂ ਉਹ ਕਿਸੇ ਕੰਮ ਦਾ ਨਹੀਂ, ਸੁੱਕਣਾ ਸ਼ੁਰੂ ਹੋ ਜਾਏਗਾ। ਤਾਂ ਉਹ ਸਾਡਾ ਜੋ ਲੀਚ ਦਾ ਕੰਮ ਉੱਥੋਂ ਸ਼ੁਰੂ ਹੋ ਜਾਂਦਾ। ਜਿਹੜੀ ਬਲੱਡ ਥਿਨਰ, ਜਿਹੜੀ ਕਲੌਟਿੰਗ ਬਲੱਡ ਥਿਨਰ ਨਹੀਂ ਦੂਰ ਕਰ ਸਕਦੇ, ਲੀਚ ਲੋਕਲੀ ਉਸੇ ਜਗ੍ਹਾ ਤੇ ਲੱਗਦੀ ਹੈ। ਫੋਰ ਐਗਜ਼ਾਮਪਲ ਮੈਂ ਜਿਹਦਾ ਤੁਸੀਂ ਗੱਲ ਕਰ ਰਹੇ ਸੀ, ਜਿਵੇਂ ਇਹਦਾ ਹੱਥ ਕੱਟਿਆ ਗਿਆ ਸੀ, ਉਸ ਕੇਸ 'ਚ ਹੱਥ ਜੁੜ ਗਿਆ, ਟੈਂਡਨਸ ਲਿਗਾਮੈਂਟ ਜੋੜਤੇ ਉਹਨਾਂ ਨੇ ਸਰਜਰੀ ਨਾਲ, ਪਰ ਜਿਹੜਾ ਖੂਨ ਦਾ ਬਹਾਵ ਸੀ ਉਹ ਨਹੀਂ ਚੱਲ ਪਾ ਰਿਹਾ ਸੀ। ਅਸੀਂ ਉਸ ਗੁੱਟ ਤੇ ਉਹਨਾਂ ਨੂੰ ਸਮਝ ਕਦੋਂ ਆਈ ਕਿ ਹੁਣ ਜੀ ਹੱਥ ਤਾਂ ਜੁੜ ਗਿਆ ਲੇਕਿਨ ਖੂਨ ਨਹੀਂ ਤੁਰਦਾ ਪਿਆ? ਕਿਉਂਕਿ ਇਹ ਨਾ ਬੇਸਿਕਲੀ ਸਾਡਾ ਉਹਨਾਂ ਨਾਲ ਕਾਫੀ ਦੇਰ ਤੋਂ ਰਾਬਤਾ ਹੈ ਤੇ ਕਈ ਸਾਲਾਂ ਤੋਂ ਸਾਡੀ ਲੀਚ ਉੱਥੇ ਜਾਂਦੀ ਹੈ ਤੇ ਅਸੀਂ ਉੱਥੇ ਸਪਲਾਈ ਕਰਦੇ ਹਾਂ, ਸਾਡੇ ਸਟਾਫ ਜਾਂਦਾ ਉੱਥੇ। ਉਹ ਟਾਈਮ ਵੀ ਕੋਵਿਡ ਦਾ ਸੀਗਾ ਜੀ, ਕੋਵਿਡ ਦਾ ਟਾਈਮ ਸੀ, ਸਾਰਾ ਕੁਝ ਬੰਦ ਸੀਗਾ। ਤਾਂ ਉੱਥੋਂ ਕਿਸੇ ਡਾਕਟਰ ਦਾ ਮੇਰੇ ਨਾਲ ਰਾਬਤਾ ਹੋਇਆ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਐਂ ਕਰਕੇ ਸਰਕੂਲੇਸ਼ਨ ਨਹੀਂ ਚੱਲ ਰਹੀ, ਤੁਸੀਂ ਲੀਚ ਅਵੇਲੇਬਲ ਕਰਾ ਦਿਓ। ਤੇ ਅਸੀਂ ਸਪੈਸ਼ਲੀ ਉਹਨਾਂ ਵਾਸਤੇ ਆਪਣਾ ਸਟਾਫ ਵੀ ਨਿਯੁਕਤ ਕੀਤਾ ਤੇ ਉੱਥੇ ਲੀਚ ਜਮ੍ਹਾਂ ਵੀ ਮਤਲਬ ਕਰਾਈ ਉੱਥੇ। ਅੱਛਾ, ਹੱਥ ਜੁੜ ਗਿਆ, ਸਭ ਹੋ ਗਿਆ, ਫਿਰ ਉਸ ਤੋਂ ਬਾਅਦ ਇਹਨੇ ਕੀ ਕੀਤਾ? ਉੱਥੋਂ ਜਿਹੜੀ ਬੇਸਿਕਲੀ ਕਲੌਟਿੰਗ ਸੀਗੀ ਉਹਨੂੰ ਇਹ ਸਕ ਕਰਕੇ ਕਲੌਟ ਕੱਢਤਾ ਮੂੰਹੋਂ। ਉਹ ਕਲੌਟ ਨਿਕਲਣ ਨਾਲ ਲੀਚ ਦਾ ਜਿਹੜਾ ਖੂਨ ਹੈ ਉਹ ਚੱਲ ਪਿਆ ਹੱਥ ਦਾ, ਤੇ ਜਦ ਖੂਨ ਚੱਲ ਪਿਆ ਤਾਂ ਹੱਥ ਦੀ ਸਰਕੂਲੇਸ਼ਨ ਜਾਂ ਮੂਵਮੈਂਟ ਨਾਰਮਲ ਹੋ ਗਈ। ਉਹਨਾਂ ਦਾ ਫਿਰ ਪੂਰਾ ਪਰਿਵਾਰ ਤਾਂ ਤੁਹਾਨੂੰ ਸਾਰੀ ਉਮਰ ਲਈ ਦੁਆਵਾਂ ਦਿੰਦਾ ਹੋਣਾ। ਪਰਮਾਤਮਾ ਜੀ ਦੇਖੋ, ਅਸੀਂ ਤਾਂ ਉੱਪਰ ਵਾਲੇ ਦੀ ਹਮੇਸ਼ਾ ਓਟ ਲੈ ਕੇ ਕਹਿੰਦੇ ਆ, ਅਸੀਂ ਕੁਝ ਨਹੀਂ ਹੈ, ਇੱਕ ਜਰੀਆ ਹੈਗੇ। ਪਰ ਇਹ ਵੀ ਉਹ ਉਹਨਾਂ ਦਾ ਬ੍ਰਦਰ ਆਇਆ ਸੀ ਛੋਟਾ ਸਾਡੇ ਕੋਲ ਘਰੇ, ਕੋਈ ਕਰਫਿਊ ਲੱਗਿਆ ਹੋਇਆ ਸੀ ਉਸ ਵੇਲੇ, ਤੇ ਉਹ ਜਦੋਂ ਇੱਥੋਂ ਛੁੱਟੀ ਮਿਲੀ ਨਾ, ਸਪੈਸ਼ਲ ਥੈਂਕਸ ਕਰਨ ਸਾਡਾ ਆਇਆ ਉਹ। ਤੇ ਅਸੀਂ ਕਿਹਾ ਵੀ ਨਹੀਂ, ਇਹ ਤਾਂ ਸਾਡਾ ਆਪਦਾ ਫਰਜ਼ ਸੀ, ਜਾਂ ਸਾਡਾ ਪੂਰਾ ਦੇਸ਼ ਦਾ ਧਿਆਨ ਤੁਹਾਡੇ ਪੁਲਿਸ ਅਫਸਰ ਵੱਲ ਸੀਗਾ, ਤੇ ਅਸੀਂ ਆਪਦੇ ਨੂੰ ਇਸ ਗੱਲੋਂ ਲੱਕੀ ਸਮਝਿਆ ਵੀ ਅਸੀਂ ਵੀ ਕਦੇ ਉਹਨਾਂ ਦੇ ਕੁਝ ਥੋੜ੍ਹੇ ਬਹੁਤ ਕੰਮ ਆ ਸਕੇ। ਇਹ ਕਿੱਸਾ ਤੁਹਾਡੇ ਨਾਲ ਇਸ ਕਰਕੇ ਸਾਂਝਾ ਕੀਤਾ ਕਿਉਂਕਿ ਅਕਸਰ ਜੋ ਕ੍ਰੈਡਿਟ ਹੁੰਦਾ ਉਹ ਮੈਡੀਕਲ ਸਾਇੰਸ ਨੂੰ ਤਾਂ ਚਲੇ ਜਾਂਦਾ, ਲੇਕਿਨ ਛੋਟਾ ਜਿਹਾ ਜਿਹੜਾ ਜੀਵ ਤੁਸੀਂ ਦੇਖਦੇ ਪਏ ਹੋ, ਇਹਦਾ ਬਹੁਤ ਵੱਡਾ ਯੋਗਦਾਨ ਸੀਗਾ। ਹੱਥ ਭਾਵੇਂ ਜੁੜ ਗਿਆ ਸੀ, ਲੇਕਿਨ ਹੱਥ ਦੇ ਵਿੱਚ ਜਦੋਂ ਖੂਨ ਨਹੀਂ ਤੈਰੇਗਾ ਤੇ ਹੱਥ ਦੇ ਕੋਲੋਂ ਕੰਮ ਕਿੱਦਾਂ ਲਓਗੇ? ਉਹ ਇੰਨੇ ਸ਼ੁਰੂਆਤ ਕਰਾਈ। ਅੱਛਾ, ਹੁਣ ਇਹਦਾ ਸਾਈਜ਼ ਮੈਂ ਵੇਖਦਾ ਪਿਆ ਵੱਡਾ ਹੁੰਦਾ ਪਿਆ, ਚੌੜਾ ਵੀ ਹੋ ਰਿਹਾ। ਦੇਖੋ ਤੁਸੀਂ ਧਿਆਨ ਨਾਲ, ਮੈਂ ਤੁਹਾਨੂੰ ਚੱਕ ਕੇ ਦਿਖਾਉਣਾ। ਇਹਦਾ ਕੰਮ ਸ਼ੁਰੂ ਹੋ ਰਿਹਾ ਤੇ ਹੌਲੀ ਹੌਲੀ ਇਹ ਸਰਕੂਲੇਸ਼ਨ ਆਪਣੀ ਵਧਾ ਕੇ ਚੌੜਾ ਹੋ ਕੇ ਖੂਨ ਨੂੰ ਉਹ ਕਰ ਰਿਹਾ, ਸਕ ਕਰ ਰਿਹਾ। ਤੁਸੀਂ ਕੀ ਮਹਿਸੂਸ ਕਰ ਰਹੇ ਹੋ ਜੀ ਇਸ ਟਾਈਮ? ਬਲੱਡ ਸਰਕੂਲੇਸ਼ਨ ਚੱਲ ਰਿਹਾ ਸਾਰਾ, ਇੱਥੋਂ ਲੈ ਕੇ ਇੱਥੋਂ ਤੱਕ, ਹੱਦ ਤੱਕ। ਕੋਈ ਡਰ ਤਾਂ ਨਹੀਂ ਹੋ ਰਿਹਾ ਤੁਹਾਨੂੰ? ਨਹੀਂ ਨਹੀਂ, ਮਹਿਸੂਸ ਹੁੰਦੀ ਹੈ ਬੇਸਿਕਲੀ ਪੇਸ਼ੈਂਟ ਨੂੰ ਇੱਕ ਤਰ੍ਹਾਂ ਦਾ ਜਦ ਕੋਈ ਸਰਕੂਲੇਸ਼ਨ, ਜਦ ਆਪਾਂ ਕੋਈ ਸਕ ਕਰਦੇ ਹਾਂ ਕੋਈ ਚੀਜ਼ ਨੂੰ, ਤਾਂ ਉਹ ਸਰਕੂਲੇਸ਼ਨ ਦੀ ਜਿਹੜੀ ਮੂਵਮੈਂਟ ਹੈ ਉਹ ਮਹਿਸੂਸ ਹੁੰਦੀ ਹੈ ਪੇਸ਼ੈਂਟ ਨੂੰ, ਪਰ ਦਰਦ ਨਹੀਂ ਹੁੰਦਾ। ਯੂਜੂਲੀ ਇਹ 'ਚ ਕੋਈ ਦਰਦ ਨਹੀਂ ਹੁੰਦਾ, ਬਹੁਤ ਸਿੰਪਲ ਤਰੀਕੇ ਨਾਲ ਉਹ ਚੀਜ਼ ਮਹਿਸੂਸ ਕਰ ਸਕਦੇ ਆ ਪੇਸ਼ੈਂਟ। ਹੁਣ ਕਈਆਂ ਨੇ, ਜਿਨ੍ਹਾਂ ਨੇ ਵੀਡੀਓ ਦੇਖਣੀ, ਕਈਆਂ ਨੇ ਡਰ ਜਾਣਾ, ਘਬਰਾ ਜਾਣਾ। ਮੈਂ ਵੀ ਫੜਨ ਤੋਂ ਘਬਰਾਉਂਦਾ ਹੀ ਪਿਆ ਸੀਗਾ ਉਹਨੂੰ। ਹੁਣ ਤੁਸੀਂ ਇਹ ਦੱਸੋ ਕਿ ਪੀੜ ਤਾਂ ਨਹੀਂ ਹੁੰਦੀ ਪਈ, ਜਾਂ ਕਿੰਨੀ ਕੁ ਪੀੜ ਹੋਈ ਜਦੋਂ ਪਹਿਲਾਂ ਲੱਗੀ ਤੁਹਾਨੂੰ ਜੋਂਕ? ਨਹੀਂ ਪੀੜ ਨਹੀਂ ਹੋਈ ਬਿਲਕੁਲ ਵੀ, ਜਿੱਦਾਂ ਇੰਜੈਕਸ਼ਨ ਲੱਗਦਾ ਇਦਾਂ ਦਾ ਹੋ ਰਿਹਾ ਸੀ ਬਸ। ਕਿਉਂਕਿ ਇਹ ਨਿਰਵਿਸ਼ ਹੈ ਨਾ, ਇਹ ਬਿਨਾਂ ਕਿਸੇ ਟੌਕਸਿਕ ਦੇ ਹੈ, ਇਹਦੇ ਵਿੱਚ ਕੋਈ ਜ਼ਹਿਰ ਨਹੀਂ ਹੈ, ਤੇ ਇਸੇ ਕਰਕੇ ਦੇਖੋ ਇਹ ਬਲਕਿ ਜ਼ਹਿਰ ਨੂੰ ਕੱਢ ਰਹੀ ਹੈ। ਅੱਛਾ, ਤੁਸੀਂ ਇੱਕ ਡਿਫਰੈਂਸ ਦੱਸ ਰਹੇ ਸੀਗੇ ਕਿ ਕੀ ਹੁੰਦਾ, ਧਾਰੀਆਂ ਹੁੰਦੀਆਂ, ਕੀ ਹੁੰਦਾ? ਬੇਸਿਕਲੀ ਜਿਵੇਂ ਇਹਦਾ ਰੰਗ ਹੈ, ਇਹਦਾ ਰੰਗ ਤੁਸੀਂ ਦੇਖੋਗੇ ਤਾਂ ਬਰਾਊਨ ਵੱਲ ਹੈ। ਜਿੰਨੀ ਇਹ ਧਾਰੀਆਂ ਦੇ ਵਿੱਚ ਡਾਟ ਡਾਟ ਧਾਰੀ ਹੈ, ਮਤਲਬ ਇਹ ਨਿਰਵਿਸ਼ ਹੈ। ਜੇ ਧਾਰੀ ਸਿੰਧੀ ਹੁੰਦੀ ਤਾਂ ਇਹ ਵਿਸ਼ ਵਾਲੀ ਹੈ ਤੇ ਕਾਲੀ ਹੁੰਦੀ। ਦੂਸਰਾ, ਇਹਦਾ ਜਿਹੜਾ ਮੂੰਹ ਹੈ, ਜਿੰਨਾ ਮੂੰਹ ਬਹੁਤ ਪਤਲਾ ਹੈ, ਦੇਖੋ ਆਹ ਮੂੰਹ ਹੈ ਜਿਹੜਾ ਬਹੁਤ ਪਤਲਾ ਹੈ, ਤੁਸੀਂ ਦੇਖ ਰਹੇ ਹੋ। ਜਿਹਦਾ ਮੂੰਹ ਵਿਸ਼ ਵਾਲੀ ਦਾ ਜਿਹੜਾ ਮੂੰਹ ਹੁੰਦਾ ਹੈ ਉਹ ਥੋੜਾ ਚੌੜਾ ਤੇ ਥੋੜਾ ਭਿਆਨਕ ਹੁੰਦਾ। ਜਿਹੜੀ ਆਪਾਂ ਆਮ ਤੌਰ ਰੰਗ ਵੀ ਡਿਫਰੈਂਟ ਬਿਲਕੁਲ ਕਾਲੇ ਵੱਲ ਹੁੰਦਾ।
ਦੇਖੋ ਜੋ ਇਹ ਬਲੱਡ ਸਕ ਕਰ ਰਹੀ ਹੈ, ਇਹਦਾ ਜਿਹੜਾ ਸਾਈਜ਼ ਹੈ, ਨੈਚੁਰਲ ਸਾਈਜ਼ ਹੈ, ਉਹ ਦੇਖੋ ਵੱਧ ਰਿਹਾ ਹੈ। ਤੇ ਫਿਰ ਇਹ ਤੁਸੀਂ ਮਤਲਬ ਇੱਕ ਹੋਰ ਦਿਖਾਣਾ, ਇੱਕ ਮੇਰੇ ਕੋਲ ਇੱਕ ਬੜੀ ਆ ਦੇਖੋ, ਇਹ ਬੜੀ ਲੀਚ ਹੈ। ਜੇ ਕਿਸੇ ਦੇ ਅਸੀਂ ਲੱਤਾਂ ਤੇ ਜਾਂ ਕਿਤੇ ਹੋਰ ਲਾਉਂਦੇ ਆ ਤਾਂ ਇਹਦਾ ਵੈਰੀਕੋਜ਼ ਵੇਨ ਤੇ, ਤਾਂ ਇਹਦੀ ਜਿਹੜੀ ਖੂਨ ਚੂਸਣ ਦੀ ਸ਼ਮਤਾ ਹੈ ਉਹ ਵੱਡੀ ਹੈ। ਤਾਂ ਇਹ ਆਪਣਾ ਇਹ ਥੋੜਾ ਜਿਹਾ ਅਸੀਂ ਉੱਥੇ ਲਾਉਂਦੇ ਹਾਂ ਜਦ ਪੇਸ਼ੈਂਟ ਬਹੁਤ ਸੀਰੀਅਸ ਕੰਡੀਸ਼ਨ 'ਚ ਹੈ, ਪੇਸ਼ੈਂਟ ਦੀ ਜਿਹੜੀ ਪ੍ਰੋਬਲਮ ਹੈ ਕਾਫੀ ਵੱਡੀ ਹੈ, ਗੰਢਾਂ ਜ਼ਿਆਦਾ ਹੈ, ਤਾਂ ਉੱਥੇ ਅਸੀਂ ਆਹ ਵੱਡੀ ਵਾਲੀ ਲੀਚ ਲਾਉਂਦੇ ਹਾਂ। ਅੱਛਾ, ਇਹ ਇੰਪੋਰਟ ਕਿੱਥੋਂ ਹੁੰਦੀਆਂ ਆਉਂਦੀਆਂ ਕਿੱਥੋਂ ਇਹ ਆਮ ਤੌਰ ਤੇ ਅਸੀਂ ਜਿਹੜਾ ਸੋਰਸਿੰਗ ਕਰਦੇ ਹਾਂ ਜੈਪੁਰ ਤੋਂ ਕਰਦੇ ਹਾਂ। ਜੈਪੁਰ ਤੋਂ। ਜੈਪੁਰ ਤੇ ਮਤਲਬ ਕਈਆਂ ਨੇ ਕਲਟੀਵੇਟ ਕੀਤੀਆਂ ਇਹਦੇ, ਜਿਵੇਂ ਆਮ ਤੌਰ ਤੇ ਇਹਨੂੰ ਪਾਲਿਆ ਹੋਇਆ ਖੇਤੀ ਇਹਦੀ ਵੀ। ਖੇਤੀ ਹੈ, ਖੇਤੀ ਉੱਥੋਂ ਜਿਹੜੀ ਨਿਰਵਿਸ਼ ਹੈ ਹਿਊਮਨ ਵਾਸਤੇ ਅਸੀਂ ਉੱਥੋਂ ਮੰਗਵਾਉਂਦੇ ਹਾਂ। ਤੇ ਇਹ ਲੀਚ ਦੀ ਜਿਹੜੀ ਕਲਟੀਵੇਸ਼ਨ ਹੁੰਦੀ ਹੈ, ਖੇਤੀ ਹੁੰਦੀ ਹੈ, ਇਹ ਇਸੇ ਪਰਪਸ ਲਈ ਉਹ ਕਲਟੀਵੇਸ਼ਨ ਕਰਦੇ ਆ? ਹਿਊਮਨ ਵਾਸਤੇ ਹੀ ਕਰਦੇ ਆ ਸਪੈਸ਼ਲੀ। ਇਹਦਾ ਕੁਝ ਪ੍ਰਾਈਸ ਹੁੰਦਾ, ਅਸੀਂ ਉਹ ਉਹਨੂੰ ਪੇ ਕਰਦੇ ਹਾਂ, ਤੇ ਯੂਜੂਲੀ ਇਹ ਸਿਰਫ ਹਿਊਮਨ ਵਾਸਤੇ ਹੀ ਯੂਜ਼ ਹੁੰਦੀ ਹੈ। ਇਹਦੇ ਪ੍ਰਾਈਸ ਤਾਂ ਨਹੀਂ ਡਿਸਕਲੋਜ਼ ਕਰੋਗੇ ਤੁਸੀਂ? ਨਹੀਂ, ਦੇਖੋ ਜੀ, ਅਸੀਂ ਜੋ ਇੱਥੋਂ ਪ੍ਰਾਈਸ ਲੈਂਦੇ ਆ ਪੇਸ਼ੈਂਟ ਤੋਂ, ਅਸੀਂ 1000 ਰੁਪੀਜ਼ ਲੈਂਦੇ ਆ, ਪਰ ਸਾਨੂੰ ਜਦ ਜੈਪੁਰ ਤੋਂ ਆਉਂਦੀ ਹੈ ਸਾਨੂੰ ਇਹ 600 ਰੁਪਏ ਦੀ ਪੈਂਦੀ ਹੈ ਇਨ ਕਾਸਟ। ਇੱਕ ਲੀਚ? ਹਾਂ, ਇੱਕ ਇੱਥੇ ਪਹੁੰਚਣ ਦੀ। ਤੇ ਅਸੀਂ 1000 ਰੁਪੀਜ਼ ਲੈਂਦੇ ਆ, 400 ਰੁਪਏ ਅਸੀਂ ਇੱਥੇ ਜੋ ਅਸੀਂ ਕਰਦੇ ਹੁੰਦਾ। ਇਹ ਕੋਈ ਬਹੁਤ ਮਹਿੰਗਾ ਟ੍ਰੀਟਮੈਂਟ ਵੀ ਨਹੀਂ ਹੈ, ਮੈਂ ਵੀ ਤੁਹਾਨੂੰ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ। 1000 ਰੁਪਏ ਦਾ ਟ੍ਰੀਟਮੈਂਟ ਹੈ? ਆਮ ਤੌਰ ਤੇ ਇਹ ਵੀ ਇੱਕ ਮਿਥ ਹੁੰਦਾ ਹੈ ਕਿ ਪਤਾ ਨਹੀਂ ਕਿੰਨਾ ਮਹਿੰਗਾ ਟ੍ਰੀਟਮੈਂਟ ਹੈ। ਆਮ ਤੌਰ ਤੇ ਮੇਰੇ ਖਿਆਲ ਨਾਲ GST ਇਸ ਤੋਂ ਬਾਅਦ ਤੁਸੀਂ ਕਿਸੇ ਖਾਣੇ ਦਾ ਬਿੱਲ ਭਰੋਗੇ ਨਾ, ਉਸ ਤੋਂ ਬਾਅਦ ਤਾਂ GST ਭਰ ਦਿੰਦੇ ਆਪਾਂ। ਨਹੀਂ, ਇਹ ਇੱਕ ਬੈੱਡ ਤੇ ਤੁਸੀਂ ਪੇਸ਼ੈਂਟ ਨੂੰ ਲੰਮਾ ਪਾਤਾ, AC ਛੱਡਤਾ, 1000 ਰੁਪਏ ਦਾ ਟ੍ਰੀਟਮੈਂਟ ਹੈ। ਨਹੀਂ, ਅਸੀਂ ਸ਼ੁਰੂ ਤੋਂ ਜ਼ਿੰਦਗੀ ਭਰ ਤੁਹਾਨੂੰ ਯਾਦ ਰੱਖੇਗਾ। ਨਹੀਂ, ਅਸੀਂ ਜਿੰਨਾ ਅਸੀਂ ਸਾਡੇ ਬਾਕੀ ਟ੍ਰੀਟਮੈਂਟ ਵੀ ਜਿਹੜੇ ਹੈਗੇ ਨੇ ਨਾ, ਕਾਸਟ ਇਫੈਕਟਿਵ ਹੈ। ਤੇ ਅਸੀਂ ਹਿਊਮਨ ਬੀਇੰਗ ਰੱਖ ਕੇ ਚੱਲਦੇ ਹਾਂ, ਤਾਂ ਕਿ ਕਿਉਂਕਿ ਅਸੀਂ ਵੀ ਤਾਂ ਦੇਖੋ ਇਨਸਾਨ ਆ, ਸਾਨੂੰ ਵੀ ਕਿਤੇ ਹਸਪੀਟਲ ਜਾਣਾ ਪੈਂਦਾ ਹੈਗਾ, ਤਾਂ ਕਿ ਨਾ ਲੋਕਾਂ ਵਾਸਤੇ ਕੋਈ ਜ਼ਿਆਦਾ ਭਾਰਾ ਨਾ ਲੱਗੇ। ਔਰ ਤੁਸੀਂ ਇਹ ਵੀ ਦੇਖੋ ਨਾ, ਸਾਡੇ 'ਚ ਡੈਮੇਜ ਵੀ ਕਿੰਨਾ ਹੁੰਦਾ। ਜੇ ਮੰਨ ਲਓ ਅਸੀਂ 10 ਲੀਚ ਮੰਗਾਈਆਂ ਜਾਂ 20 ਲੀਚ ਮੰਗਾਈਆਂ, ਤਾਂ ਕਈ ਵਾਰ 3-3 4-4 ਮਰ ਵੀ ਜਾਂਦੀਆਂ ਨੇਗੀਆਂ। ਜੇ ਆਪਾਂ ਉਹਨੂੰ ਲਾਈਏ, ਹਿਸਾਬ ਲਗਾਈਏ, ਤਾਂ ਸਾਡਾ ਬਿਲਕੁਲ ਇਹ ਨੋਰਮਲ ਇਹ ਹੋਇਆ, ਤਾਂ ਕਿ ਲੋਕਾਂ 'ਚ ਪੋਪੂਲਰ ਹੋਵੇ, ਲੋਕਾਂ ਨੂੰ ਪਤਾ ਲੱਗੇ। ਸਗੋਂ ਕਿ ਸਾਡਾ ਇੱਕ ਨਾਲ ਧਰਮ ਇਹ ਵੀ ਹੈ ਨਾ ਕਿ ਆਯੁਰਵੇਦ ਬਾਰੇ ਲੋਕਾਂ ਨੂੰ ਪਤਾ ਲੱਗੇ। ਮੈਡਮ, ਐਡਾ ਕਿਹੜਾ ਗੰਦਾ ਖੂਨ ਹੈ, ਇਹ ਛੱਡਦੀ ਨਹੀਂ ਵੀ ਤੁਹਾਨੂੰ ਹੈ? ਤੁਸੀਂ ਉਹਦੇ 'ਚ ਹਲਦੀ ਮਿਲਾਈ ਹੈ, ਇਹ ਕਿਉਂ ਕੀਤਾ ਜੀ ਤੁਸੀਂ? ਇਹਨੂੰ ਐਕਟੀਵੇਟ ਕਰਨ ਲਈ, ਇਹਨੂੰ ਸਕਿੰਗ ਪਾਵਰ ਇਹਦੀ ਵਧਾਉਣ ਲਈ ਅਸੀਂ ਹਲਦੀ ਮਿਲਾਈ ਹੈ। ਇਹ ਹੋਰ ਐਕਟਿਵ ਹੋ ਜਾਏਗੀ ਜਦ ਇਹ ਹਲਦੀ ਵਾਲੇ ਪਾਣੀ 'ਚ ਹੁੰਦੀ ਹੈ, ਤਾਂ ਐਕਟਿਵ ਹੋ ਜਾਂਦੀ ਹੈ। ਇਹ ਬਿਲਕੁਲ ਐ ਤੁਹਾਨੂੰ ਮਹਿਸੂਸ ਹੋਏਗਾ, ਇਹ ਚੱਲਣਾ ਸ਼ੁਰੂ ਹੋ ਜਾਏਗੀ। ਤੇ ਹਲਦੀ ਵਾਲੇ ਪਾਣੀ ਦੇ ਨਾਲ ਹੀ, ਹਲਦੀ ਦੇ ਨਾਲ ਹੀ ਇਹ ਵੋਮਿਟ ਵੀ ਕਰ ਦਿੰਦੀ, ਉਲਟੀ ਕਰ ਦਿੰਦੀ? ਬਿਲਕੁਲ ਵੋਮਿਟ ਕਰਦੀ ਹੈ। ਅੱਛਾ। ਤੇ ਉਂਝੇ ਕੀ ਖਾਂਦੀਆਂ ਪੀਂਦੀਆਂ ਜੀ? ਆਮ ਤੌਰ ਤੇ ਅਸੀਂ ਇਹਨੂੰ ਮਿੱਟੀ 'ਚ ਹੀ ਰੱਖਦੇ ਹਾਂ। ਨੈਚੁਰਲ, ਇਹਨੂੰ ਜਿੰਨਾ ਨੈਚੁਰਲ ਹੈਬਿਟਾਟ ਮਿਲੇਗਾ, ਨੈਚੁਰਲ ਐਟਮੋਸਫੇਅਰ ਮਿਲੇਗਾ, ਉਨਾ ਹੀ ਇਹ ਵਧੀਆ। ਮਤਲਬ ਇਹ ਆਯੁਰਵੇਦ ਦੇ ਵਿੱਚ ਇਹਨੂੰ ਲੀਚ ਥੈਰੇਪੀ ਤਾਂ ਆਪਾਂ ਕਹਿੰਦੇ, ਹੋਰ ਕੀ ਕੁਝ ਕਹਿੰਦੇ? ਰਕਤ ਮੋਕਸ਼ਨ ਕਹਿੰਦੇ ਆ ਜੀ। ਆਯੁਰਵੇਦ ਦਾ ਪੰਚਕਰਮਾ ਜਿਹੜਾ ਡਿਪਾਰਟਮੈਂਟ ਹੈ, ਜਿਸ 'ਚ ਮੈਂ MD ਹਾਂ, ਸਪੈਸ਼ਲਾਈਜ਼ਡ ਹਾਂ, ਉਹਦੇ ਵਿੱਚ ਇਹ ਜੀ ਬਹੁਤ, ਜਿਵੇਂ ਇਨਸੋਮਨੀਆ ਹੈ, ਬਹੁਤ ਲੋਕਾਂ ਨੂੰ, ਜੇ ਕੋਈ ਦਰਸ਼ਕਾਂ ਦੇ ਸਿਰ ਦੇ ਉੱਤੇ ਆਪਾਂ ਧਾਰ ਪਾਉਂਦੇ ਹਾਂ, ਹੈ ਨਾ, ਆਹ ਦੇਖੋ, ਜੇ ਤੁਸੀਂ ਦੇਖੋਗੇ ਤਾਂ ਇਹ ਸਪੈਸ਼ਲੀ ਲੋਟਾ ਹੈ ਜਿਹੜਾ ਸਿਰ ਤੇ ਧਾਰ ਪਾਉਂਦਾ ਹੈ। ਇਨਸੋਮਨੀਆ, ਸ਼ਿਰੋਧਾਰਾ ਇਹਨੂੰ ਕਹਿੰਦੇ ਆ, ਹੈ ਨਾ। ਇਨਸੋਮਨੀਆ ਪੇਸ਼ੈਂਟ ਜਿਹੜਾ ਡਿਪਰੈਸ਼ਨ ਦਾ ਮਰੀਜ਼ ਹੈ, ਉਹਨੂੰ ਦਵਾਈਆਂ ਤੋਂ ਬਿਨਾਂ ਠੀਕ ਕਰ ਸਕਦਾ ਹੈ। ਆਯੁਰਵੇਦ ਇਹ ਕਹਿੰਦਾ ਹੈ ਕਿ ਕਦੇ ਵੀ ਇੱਕ ਆਮ ਬੰਦੇ ਲਈ ਲਾਈਫ ਸਟਾਈਲ ਵਾਂਗੂ ਆਯੁਰਵੇਦ ਕੰਮ ਕਰਦਾ ਹੈ। ਇਹ ਨਹੀਂ ਕਿ ਬਿਮਾਰ ਹੋ ਤਾਂ ਤੁਸੀਂ ਆਯੁਰਵੇਦ ਨੂੰ ਅਪਰੋਚ ਕਰੋ। ਸਵਸਥ ਬੰਦੇ ਵੀ ਮੇਰੇ ਕੋਲ ਬਹੁਤ ਸਾਰੇ ਆਉਂਦੇ ਜਿਹੜੇ ਕਿ ਪੰਚਕਰਮਾ ਕਰਾਉਂਦੇ ਆ। ਅੱਛਾ ਵੈਦ ਸਾਹਿਬ, ਇੱਕ ਚੀਜ਼ ਦੱਸੋ, ਤੁਹਾਡੇ ਨਾਲ ਜਦੋਂ ਜਿੰਨੀ ਕੁ ਦੇਰ ਦੀ ਮੇਰੀ ਗੱਲਬਾਤ ਹੋਈ ਆ, ਉਹਦੇ 'ਚ ਤੁਸੀਂ ਦੱਸਿਆ ਕਿ ਲੋਕ ਜਦੋਂ ਆਉਂਦੇ ਆ, ਉਹ ਟ੍ਰੀਟਮੈਂਟ ਲੈਂਦੇ ਆ, ਲੀਚ ਥੈਰੇਪੀ ਕਰਵਾਉਂਦੇ ਆ, ਪੋਜ਼ਿਟਿਵ ਬਹੁਤ ਕੁਝ ਤੁਹਾਨੂੰ ਉਹਦੇ ਨਾਲ ਤੁਹਾਡਾ ਫੀਡਬੈਕ ਉਹਨਾਂ ਕੋਲੋਂ ਮਿਲਦਾ ਹੈ। ਮੈਨੂੰ ਨੈਗੇਟਿਵ ਫੀਡਬੈਕ ਬਾਰੇ ਦੱਸੋ ਕਿ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਆ, ਕੁਐਸਚਨਸ ਹੁੰਦੇ ਆ ਇਸ ਚੀਜ਼ ਨੂੰ ਲੈ ਕੇ, ਉਹ ਕੀ ਹੁੰਦੇ ਆ ਤੇ ਉਹਨੂੰ ਦੂਰ ਕਿੱਦਾਂ ਕਰਦੇ ਹੋ? ਦੇਖੋ, ਤੁਹਾਡਾ ਬੜਾ ਇੰਪੋਰਟੈਂਟ ਸਵਾਲ ਹੈ ਇਹ, ਪਰ ਮੇਰਾ ਜਿਹੜਾ ਐਕਸਪੀਰੀਅੰਸ ਹੈ ਨਾ, ਸਾਡੇ ਕੋਲ ਤਕਰੀਬਨ ਉਹ ਪੇਸ਼ੈਂਟ ਆਉਂਦੇ ਨੇ ਜਿਹੜੇ ਕਿ ਸਾਰੇ ਕਿਤੇ ਦਵਾਈਆਂ ਖਾ ਕੇ, ਸਟਰੋਂਗ ਦਵਾਈਆਂ ਖਾ ਕੇ, ਉਹ ਫਿਰ ਸਾਡੇ ਕੋਲ ਆਉਂਦੇ ਨੇ, ਆਯੁਰਵੇਦ ਵੱਲ ਆਉਂਦੇ ਨੇ, ਔਰ ਬਕਾਇਦਾ ਪੜ੍ਹ ਕੇ ਆਉਂਦੇ ਨੇ ਸਾਰਾ। ਸਾਨੂੰ ਨੈਗੇਟਿਵ ਸਵਾਲ ਸਿਰਫ ਇਹੀ ਜਿਹੜੇ ਥੋੜ੍ਹਾ ਬਹੁਤ ਡਰ ਹੁੰਦਾ ਨਾ ਮਨ ਦੇ ਵਿੱਚ, ਵੀ ਇੱਕ ਜੀਵ ਹੈ ਜੀ, ਸਾਨੂੰ ਕੱਟੇਗਾ, ਕੋਈ ਟੌਕਸਿਕ ਨਾ ਹੋ ਜਾਏ, ਕੋਈ ਜ਼ਹਿਰ ਨਾ ਫੈਲ ਜੇ, ਸਿਰਫ ਇਹੀ ਹੁੰਦਾ। ਉਹ ਵੀ ਕੋਈ ਜ਼ਿਆਦਾ ਨਹੀਂ ਹੁੰਦਾ, ਕਿਉਂਕਿ ਜਿੰਨੇ ਵੀ ਲੋਕ ਆਉਂਦੇ ਨੇ ਉਹ ਪੜ੍ਹ ਕੇ ਆਉਂਦੇ ਨੇ ਇਹਦੇ ਬਾਰੇ, ਵੀ ਲੀਚ ਥੈਰੇਪੀ ਹੁੰਦੀ ਹੈ, ਇਹ ਆਂਦਾ। ਅੱਛਾ, ਜਿਹੜਾ ਕੋਈ ਨਹੀਂ ਵੀ ਪੜ੍ਹਦਾ, ਅਸੀਂ ਉਹਨੂੰ ਸਮਝਾਉਂਦੇ ਹਾਂ, ਤਾਂ ਉਹ ਜਾ ਕੇ ਉੱਥੇ ਗੂਗਲ 'ਤੇ ਸਰਚ ਮਾਰ ਲੈਂਦਾ। ਅੱਜ ਕੱਲ੍ਹ ਗੂਗਲ ਜਿਹੜੀ ਹੈ ਨਾ, ਉਹ ਸਾਰਾ ਮਾਸਟਰ ਬਹੁਤ ਵਧੀਆ ਹੈਗਾ। ਜੇ ਕਿਸੇ ਨੂੰ ਕੋਈ ਕੁਐਸਚਨ, ਉਹ ਤਾਂ ਸਾਰਾ ਦੇਖ ਲੈਂਦਾ ਹੈਗਾ। ਅੱਛਾ, ਇੱਕ ਚੀਜ਼ ਹੋਰ ਵਾਦੇ ਸਾਹਿਬ ਦੱਸੋ, ਇਹ ਤਾਂ ਹੁਣ ਚਲੋ ਜ਼ਮਾਨਾ ਵੱਧ ਗਿਆ, ਅੱਗੇ ਜਨਰੇਸ਼ਨਸ ਅੱਗੇ ਵੱਧ ਗਈਆਂ, ਹਾਲੇ ਵੀ ਲੀਚ ਥੈਰੇਪੀ ਯੂਜ਼ ਹੁੰਦੀ ਹੈ, ਬਹੁਤ ਵੱਡੇ ਪੈਮਾਨੇ 'ਤੇ ਵਰਤੀ ਜਾਂਦੀ ਹੈ। ਪਿੱਛੇ ਲੈ ਕੇ ਚੱਲਦਾ ਤੁਹਾਨੂੰ,
ਰਾਜੇ ਮਹਾਰਾਜਿਆਂ ਦੇ ਟਾਈਮ ਤੇ, ਕਿਉਂਕਿ ਤੁਹਾਡਾ ਪਿਛੋਕੜ ਜਿਹੜਾ ਹੈਗਾ ਉਹਨਾਂ ਦੇ ਨਾਲ ਜੁੜਿਆ ਵੀ ਹੋਇਆ, ਤੁਸੀਂ ਇੱਕ ਲੈਗੇਸੀ ਆਪਣੇ ਨਾਲ ਲੈ ਕੇ ਤੁਰਦੇ ਹੋ। ਉਦੋਂ ਲੀਚ ਜਾਂ ਲੀਚ ਥੈਰੇਪੀ ਦੀ ਕੀ ਇੰਪੋਰਟੈਂਸ ਸੀਗੀ? ਕੀ ਦੇਖਿਆ ਜਾਵੇ ਉਦੋਂ ਇੰਪੋਰਟੈਂਸ ਇਹਨਾਂ ਥੈਰੇਪੀਆਂ ਦੀ ਸੀ। ਦੇਖੋ ਨਾ, ਕੂਪੀ ਲਗਾਉਣੀਆਂ, ਅਭਿਅੰਗ ਕਰਵਾਉਣੇ, ਪੰਚਕਰਮਾਂ ਨੂੰ ਯੂਜ਼ ਕਰਨਾ, ਸ਼ੇਰੋਧਾਰਾ ਕਰਵਾਉਣੀ। ਤੁਸੀਂ ਦੇਖੋ ਜਿਹੜੇ ਉਦੋਂ ਦੀ ਤੁਸੀਂ ਗੱਲ ਕਰਦੇ ਹੋ, ਉਦੋਂ ਜੇ ਕੋਈ ਸਟ੍ਰੈਸ ਹੁੰਦਾ ਸੀ ਜਾਂ ਉਦੋਂ ਮੰਨ ਲਓ ਕੋਈ ਡਿਪਰੈਸ਼ਨ ਹੁੰਦਾ ਸੀਗਾ, ਮੈਂਟਲੀ ਥੋੜ੍ਹਾ ਅਪਸੈਟ ਹੁੰਦਾ ਸੀ, ਤਾਂ ਲੋਕ ਉਦੋਂ ਸਿਰ ਦਾ ਅਭਿਅੰਗ, ਬਦਾਮ ਰੋਗਨ ਦਾ ਅਭਿਅੰਗ, ਸ਼ੇਰੋਧਾਰਾ ਕਰਵਾਉਣੀ, ਉਦੋਂ ਟ੍ਰੀਟਮੈਂਟ ਇਹੀ ਅਥੈਂਟਿਕ ਹੁੰਦੇ ਸੀ। ਇਹ ਤਾਂ ਅੱਜ ਅਸੀਂ ਇਸ ਯੁੱਗ ਵਿੱਚ ਆ ਗਏ ਆਂਗੇ ਕਿ ਬਹੁਤ ਫਾਸਟ ਟ੍ਰੀਟਮੈਂਟ ਚਾਹੁੰਦੇ ਆ, ਬਹੁਤ ਜਿੰਨੇ ਫਾਸਟ ਅਸੀਂ ਚਿਕਿਤਸਾ ਚਾਹੁੰਦੇ ਆ ਉਨੇ ਉਹਦੇ ਸਾਈਡ ਇਫੈਕਟ ਹੋਣੇ ਸ਼ੁਰੂ ਹੋ ਜਾਂਦੇ ਨੇ। ਹੁਣ ਸੇਮ ਜਿਹੜਾ ਇਹ ਲੀਚ ਹੈਗਾ, ਮੈਂ ਸਾਡੇ ਤਾਂ ਘਰੇ ਬਚਪਨ ਦੇ ਵਿੱਚ ਮੇਰੇ ਫਾਦਰ, ਮੇਰੇ ਮਦਰ, ਮੇਰੇ ਗ੍ਰੈਂਡਫਾਦਰ, ਅਸੀਂ ਤਾਂ ਬਚਪਨ 'ਚ ਪੇਸ਼ੈਂਟਾਂ ਨੂੰ ਦੇਖਦੇ ਸੀਗੇ ਵੀ ਜੇ ਕਿਸੇ ਦੇ ਬਲੱਡ ਇੰਪਿਓਰ ਹੈ ਜਾਂ ਕਿਸੇ ਨੂੰ ਕੋਈ ਮੰਨ ਲਓ ਜ਼ਿਆਦਾ ਫੋੜੇ ਹੋ ਰਹੇ ਨੇ। ਅੱਜ ਕੱਲ੍ਹ ਤਾਂ ਫੋੜੇ ਫੁੰਸੀਆਂ ਘੱਟ ਹੁੰਦੇ ਨੇ ਲੋਕਾਂ ਦੇ, ਅੱਜ ਕੱਲ੍ਹ ਤਾਂ ਉਹ ਐਕਨੇ ਆ ਗਏ ਨੇਗੇ, ਲੇਕਿਨ ਜਦੋਂ ਫੋੜੇ ਫਿੰਸੀਆਂ ਪਿੰਡਾਂ 'ਚ ਹੁੰਦੇ ਸੀ ਨਾ, ਤਾਂ ਉੱਥੇ ਬਲੱਡ ਨੂੰ ਪਿਓਰ ਕਰਨ ਵਾਸਤੇ ਇਹ ਲੀਚ ਹੀ ਲਗਾਈ ਜਾਂਦੀ ਸੀ, ਕਿਉਂਕਿ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਹੁਣ ਇਹਨੇ ਸੱਕ ਕੀਤਾ ਖੂਨ? ਹਾਂ, ਸੱਕ ਕਰ ਰਿਹਾ ਜੀ। ਦੇਖੋ ਇਹ ਹੌਲੀ ਹੌਲੀ ਸਾਈਜ਼ ਵਧਾ ਰਹੀ ਹੈ ਆਪਣਾ, ਔਰ ਇਹ ਤੁਸੀਂ ਦੇਖੋਗੇ ਧਿਆਨ ਨਾਲ ਤਾਂ ਇਹਦੀ ਧਾਰੀਆਂ ਹਿੱਲ ਰਹੀਆਂ ਹੋਣਗੀਆਂ। ਇਹ ਆਪਣੀ ਸਕਿੰਗ ਪੋਜੀਸ਼ਨ ਹੈ। ਜਿਵੇਂ 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 ਆਮ ਤੌਰ 'ਤੇ ਦੇਖਿਆ ਜਾਵੇ ਤਾਂ ਇਸ ਏਰੀਆ 'ਚ ਥੋੜ੍ਹਾ ਜਿਹਾ ਖੂਨ ਹੀ ਘੱਟ ਹੁੰਦਾ ਰੱਬ ਵੱਲੋਂ, ਅਤੇ ਜੇ ਅਸੀਂ ਪੈਰਾਂ 'ਤੇ ਲਾਉਂਦੇ ਹਾਂ ਤਾਂ ਪੈਰਾਂ 'ਤੇ ਖੂਨ ਜਲਦੀ ਜ਼ਿਆਦਾ ਸੱਕ ਹੁੰਦਾ, ਤਾਂ ਇੱਥੇ ਸਲੋ ਹੋ ਰਿਹਾ ਬਿਕੋਜ਼ ਇਹ ਲਿੰਬ ਹੈ, ਹੱਥ ਹੈ ਆਪਣਾ। ਇੱਧਰ ਆ ਵੀ ਤੁਸੀਂ ਲਗਾਤੀ? ਹਾਂਜੀ, ਇਹ ਲੱਗਣ ਦੀ ਤਦਾਰ 'ਚ ਹੈ ਜੀ, ਰਸਤਾ ਲੱਭ ਰਹੀ ਹੈ ਆਪਣਾ, ਔਰ ਇੱਥੇ ਜਲਦੀ ਇਹ ਹੁਣ ਸੱਕ ਕਰਨ ਦੀ ਪੋਜੀਸ਼ਨ 'ਚ ਆ ਰਹੀ ਹੈ। ਤੇ ਹੁਣ ਇਹ ਕਿੰਨਾ ਕੁ ਟਾਈਮ ਲਏਗੀ ਜੀ ਲਗਭਗ? ਐਵਰੇਜ ਇੱਕ ਲੀਚ ਥੈਰੇਪੀ ਨੂੰ ਘੰਟੇ ਤੋਂ 1.5 ਘੰਟਾ ਟਾਈਮ ਲੱਗ ਜਾਂਦਾ। ਉਹ ਬੜੀ ਫੁਰਤੀਲੀ ਹੋ ਗਈ ਹਲਦੀ ਦਾ ਪਾਣੀ ਪਾਉਣ ਤੋਂ ਬਾਅਦ? ਹਾਂ, ਉਹ ਇਸ ਲਈ ਹੋ ਗਈ ਹੈ ਕਿ ਉਹਨੂੰ ਇਰੀਟੇਸ਼ਨ ਹੋ ਰਹੀ ਹੈ, ਉਹ ਖੂਨ ਹੁਣ ਜਲਦੀ ਲੱਗ ਜਾਏ। ਮੈਂ ਜਾਣ ਕੇ ਨਹੀਂ ਲਾ ਰਿਹਾ ਵੱਡੀ, ਕਿਉਂਕਿ ਦੇਖੋ ਕਿੰਨੀ ਵੱਡੀ ਹੋ ਗਈ ਹੈ। ਇਹ ਹਲਦੀ ਦਾ ਕਮਾਲ ਹੈ। ਹਾਂ ਬਿਲਕੁਲ, ਇਹ ਹਲਦੀ ਦਾ ਕਮਾਲ, ਇਹਨੂੰ ਐਕਟਿਵ ਕਰ ਰਿਹਾ। ਔਰ ਤੁਸੀਂ ਦੇਖੋਗੇ ਥੋੜ੍ਹਾ ਜਿਹਾ ਇਹਨੂੰ ਅਗਰ ਆਪਾਂ ਹੁਣ ਕੱਢ ਕੇ ਲਾਵਾਂਗੇ ਤਾਂ ਬਹੁਤ ਜਲਦੀ ਲੱਗੇਗੀ। ਉਸ ਤੋਂ ਬਾਅਦ ਫਿਰ ਇਹਨੂੰ ਵੋਮਿਟ ਕਰਾਵਾਂਗੇ ਆਪਾਂ। ਮੈਂ ਤੁਹਾਨੂੰ ਬਸ ਇਸ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਜਿਵੇਂ ਇਹ ਟ੍ਰੀਟਮੈਂਟ ਖਤਮ ਹੋਏਗਾ, ਫਿਰ ਅਸੀਂ ਤੁਹਾਨੂੰ ਵੋਮਿਟ ਵਾਲਾ ਰਸਤਾ ਦੱਸਾਂ ਕਿ ਇਹਨੂੰ ਕਿਵੇਂ ਅਸੀਂ ਰਕਤ ਮੋਸ਼ਨ ਤੋਂ ਬਾਅਦ ਯੂਜ਼ ਕਰਦੇ ਹਾਂ। ਬੜੀਆਂ ਸੋਹਣੀਆਂ ਗਾਈਡਲਾਈਨਸ ਹੁੰਦੀਆਂ ਸੋਸ਼ਲ ਮੀਡੀਆ ਦੇ ਉੱਤੇ, ਚੰਗੀਆਂ ਗਾਈਡਲਾਈਨਸ ਹੁੰਦੀਆਂ ਨੇ ਕਿ ਤੁਸੀਂ ਖੂਨ ਦਿਖਾ ਨਹੀਂ ਸਕਦੇ ਸੋਸ਼ਲ ਮੀਡੀਆ ਦੇ ਉੱਤੇ। ਉਸੇ ਵੇਲੇ ਫੇਸਬੁੱਕ, ਯੂਟਿਊਬ ਜਾਂ ਜਿੱਥੇ ਵੀ ਤੁਸੀਂ ਵੀਡੀਓ ਪੋਸਟ ਕਰਦੇ ਹੋ, ਉਹ ਨਾਲ ਦੀ ਨਾਲ ਸਟ੍ਰਾਈਕ ਮਾਰਦੇ ਆ ਕਿ ਯਾਰ ਇਹ ਖੂਨ ਵਾਲੀਆਂ ਚੀਜ਼ਾਂ ਕਿਉਂ ਤੁਸੀਂ ਸਾਡੀ ਆਡੀਅנס ਨੂੰ ਦਿਖਾ ਰਹੇ ਹੋ। ਇਸ ਕਰਕੇ ਇਹ ਥੋੜ੍ਹਾ ਵਕਤ ਲਏਗਾ। ਅਸੀਂ ਦੇਖਦੇ ਹਾਂ ਉਨੀ ਦੇਰ ਇਹ ਕਿੰਨੀ ਕੁ ਦੇਰ ਤੱਕ ਖੂਨ ਸੱਕ ਕਰੇਗਾ ਅਤੇ ਕਿਸ ਤਰੀਕੇ ਦੇ ਨਾਲ ਇਹ ਵੋਮਿਟ ਕਰਵਾਈ ਜਾਏਗੀ, ਅਤੇ ਉਹ ਜਿਹੜੀਆਂ ਤਸਵੀਰਾਂ ਨੇ ਦੁਬਾਰਾ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਅੱਛਾ ਕਰਨ ਜੀ, ਹੁਣ ਲੰਬੇ ਸਮੇਂ ਤੋਂ ਬਾਅਦ ਇਹਨੇ ਆਪਣਾ ਸਾਈਜ਼ ਜਿਹੜਾ ਹੈਗਾ ਵਧਾ ਲਿਆ, ਇਹਨੇ ਜਿਹੜਾ ਖੂਨ ਸੀਗਾ ਉਹ ਸੱਕ ਕਰ ਲਿਆ ਹੋਇਆ। ਹੁਣ ਇਸ ਤੋਂ ਬਾਅਦ ਅਗਲਾ ਕਦਮ, ਨੈਕਸਟ ਸਟੈਪ ਕੀ ਹੈ? ਆਹ ਦੇਖੋ, ਤੁਸੀਂ ਪਹਿਲਾਂ ਇੱਕ ਨੇੜੇ ਆ ਕੇ ਦੇਖੋਗੇ ਜੇ ਤਾਂ ਤਿਰੰਗਾ ਨਿਖ ਰਹੀਆਂ ਤੁਹਾਨੂੰ। ਇਹ ਖੂਨ ਕਿਵੇਂ ਸੱਕ ਕਰ ਰਹੀ ਹੈ, ਦੇਖੋ ਬੋਡੀ ਹਿਲ ਰਹੀ ਹੈ ਇਹਦੀ। ਜੇ ਧਿਆਨ ਨਾਲ ਦੇਖੋਗੇ ਆਹ ਤਿਰੰਗਾ ਦਿਖ ਰਹੇ ਹੋ, ਜਿਵੇਂ ਜਿਵੇਂ ਖੂਨ ਦਾ ਘੁੱਟ ਭਰੇਗੀ ਤਿਰੰਗਾ ਹਿਲ ਰਹੀ ਹੈ। ਇਹ ਕੀ ਕਰੇਗੀ? ਇਹ ਬੇਸਿਕਲੀ ਇੰਡੀਕੇਸ਼ਨ ਹੈ ਕਿ ਉਹਨੇ ਆਲਮੋਸਟ ਆਪਣਾ ਕੰਮ ਕਰ ਚੁੱਕੀ ਹੈ। ਹੁਣ ਅਸੀਂ ਇਹਨੂੰ ਛਡਾਉਣ ਲਈ ਦੇਖੋ, ਇਹਦਾ ਮੂੰਹ ਦੇਖੋ, ਮੂੰਹ ਤੋਂ ਪਤਲਾ ਹੋਇਆ, ਫਿਰ ਪਿੱਛੇ ਆਈ, ਆਖੋ ਆਖੋ ਤਿਰੰਗਾ ਆਈ। ਇਹ ਚੀਜ਼ ਕੀ ਕਰ ਰਹੀ ਹੈ? ਆਖੋ ਇੱਥੇ ਪਹੁੰਚੀ, ਹੁਣ ਅੱਗੇ ਗਈ। ਹੁਣ ਜਿੰਨਾ ਵੀ ਟੌਕਸਿਕ ਬਲੱਡ ਸੀਗਾ ਜਾਂ ਇੰਪਿਓਰਿਟੀ ਸੀਗੀਆਂ, ਉਹ ਸਾਰੀਆਂ ਇਹਨਾਂ ਨੇ ਸੱਕ ਕਰ ਲਈਆਂ। ਹੁਣ ਇਹ ਤੋਂ ਅਸੀਂ ਇਹਨੂੰ ਛੁਡਵਾਉਣ ਲਈ ਇੱਥੇ ਹਲਕੀ ਜਿਹੀ ਹਲਦੀ ਪਾਵਾਂਗੇ ਤੇ ਛੁੱਟ ਜਾਏਗੀ। ਕਰਕੇ ਦਿਖਾਓ। ਮੈਂ ਦੇਖਦਾ। ਆਹ ਦੇਖੋ, ਅਸੀਂ ਨੋਰਮਲ ਜਿਹੜੀ ਘਰਾਂ 'ਚ ਹਲਦੀ ਹੁੰਦੀ ਹੈ, ਇਹਨੂੰ ਮੈਂ ਇਹਦੇ ਮੂੰਹ 'ਤੇ ਪਾਵਾਂਗਾ ਤੇ ਨਿਕਲ ਜਾਏਗੀ। ਦੇਖੋ ਜੀ, ਇਹਨੇ ਮੂੰਹ ਛੱਡਤਾ ਆਪਣਾ। ਉੱਥੇ ਬਲੱਡ ਦਾ ਸਪੌਟ ਹੈ ਨਾ, ਉਹ ਮੈਂ ਹੁਣ ਦੇਖੋ, ਅਸੀਂ ਉਹ ਥੋੜ੍ਹਾ ਜਿਹਾ ਉਹ ਕਲੌਟ ਹੋਣ ਦਿਓ। ਆਹ ਦੇਖੋ, ਅਸੀਂ ਇਹਨੂੰ ਵੀ ਖੂਨ ਦੀ ਉਲਟੀ ਕਰਾਵਾਂਗੇ।
ਤੇ ਤੁਸੀਂ ਧਿਆਨ ਦੋਗੇ ਸ਼ੁਰੂ ਕਰਤਾ। ਬੜੀ ਜਲਦੀ ਇਹਨੇ ਮਤਲਬ ਕਿ ਰਿਐਕਟ ਹਾਂ ਕੀਤਾ। ਬਹੁਤ ਜਲਦੀ। ਇਹੀ ਤਾਂ ਜੀ ਨੈਚੁਰਲ ਚੀਜ਼ਾਂ ਦਾ ਉਹ ਹੈ, ਬਹੁਤ ਜਲਦੀ ਇਹ ਚੀਜ਼ਾਂ ਇਹਨੇ ਆਪਣਾ ਸਾਈਜ਼ ਵੀ ਸਿकुड़ ਲਿਆ। ਆਖੋ ਮਤਲਬ ਇਹ ਇੰਪਿਓਰ ਬਲੱਡ ਹੈ ਜੋ ਅਸੀਂ ਦੇਖ ਜਿਹੜਾ ਰਹੇ ਹਾਂ, ਜਿਹੜਾ ਆਪਾਂ ਇਹਨੇ ਸਕ ਕੀਤਾ ਇਹਨੇ ਆਪਣੇ ਆਪਸ ਦੇ ਜਿਹੜਾ ਸਾਈਜ਼ ਹੈ ਇਹ ਨਾਰਮਲ ਸਾਈਜ਼ 'ਚ ਹੁਣੀ 2 ਮਿੰਟ 'ਚ ਆਪਣੇ ਨਾਰਮਲ ਸਾਈਜ਼ 'ਚ ਆ ਜਾਏਗੀ। ਹੁਣ ਫਰਕ ਲੱਗ ਰਿਹਾ, ਕੁਝ ਲੱਗ ਰਿਹਾ ਫਰਕ? ਹਾਂਜੀ। ਅਰੇ ਅਸੀਂ ਇਸ ਤੋਂ ਬਾਅਦ ਥੋੜਾ ਜਿਹਾ ਆਇਲ ਲਾ ਕੇ ਨਾ ਇਸ ਦੀ ਥੋੜਾ ਜਿਹਾ ਅਭਿਅੰਗ ਕਰਾਂਗੇ ਤਾਂ ਕਿ ਸਰਕੂਲੇਸ਼ਨ ਹੋਰ ਅੱਛੀ ਹੋ ਜਾਏ। ਉਸ ਤੋਂ ਬਾਅਦ ਬੈਂਡੇਡ ਕਰਕੇ ਪੇਸ਼ੈਂਟ ਨੂੰ ਰਿਲੀਫ ਕਰਕੇ ਅਸੀਂ ਭੇਜ ਦਿੰਦੇ ਹਾਂ। ਤੇ ਇਹਦੀ ਕਹਾਣੀ ਕੁੱਲ ਮਿਲਾ ਕੇ ਇਹ ਸੀਗੀ ਜਿਹੜੀ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੱਸੀ ਹੈ। ਬਿਲਕੁਲ ਬਿਲਕੁਲ। ਤੁਸੀਂ ਅਗਰ ਧਿਆਨ ਨਾਲ ਦੇਖੋਗੇ ਇੱਥੇ ਤੁਹਾਨੂੰ ਇਹਦਾ ਦਿਖੇਗਾ ਨਿਸ਼ਾਨ, ਵਾਈ ਸ਼ੇਪ ਨਿਸ਼ਾਨ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ। ਇਹ ਸਾਫ ਜਿਹੜਾ ਵਾਈ ਸ਼ੇਪ ਨਿਸ਼ਾਨ ਵਾਈ ਸ਼ੇਪ ਨਿਸ਼ਾਨ ਹੀ ਹੋਏਗਾ ਕਿਉਂਕਿ ਇਹਦੇ ਜਿਹੜੇ ਦੰਦ ਹੈ ਉਹ ਵਾਈ ਸ਼ੇਪ 'ਚ ਹੀ ਹੁੰਦੇ ਆ। ਸੋ ਇਹ ਲੀਚ ਦੀ ਕਹਾਣੀ ਹੈ। ਇਹ ਲੀਚ ਨਵੀਂ ਨਹੀਂ ਯੂਜ਼ ਹੋਣੀ ਸ਼ੁਰੂ ਹੋਈ ਹੈ, ਨਵੀਂ ਇਹਨੂੰ ਨਹੀਂ ਵਰਤਣਾ ਸ਼ੁਰੂ ਕੀਤਾ ਹੈ। ਰਾਜੇ ਮਹਾਰਾਜਿਆਂ ਦੇ ਟਾਈਮ ਤੋਂ ਹੈ, ਜਦੋਂ ਮੈਡੀਕਲ ਸਾਇੰਸ ਦਾ ਜ਼ਮਾਨਾ ਨਹੀਂ ਸੀਗਾ, ਉਸ ਵੇਲੇ ਤੋਂ ਆਯੁਰਵੇਦ ਦੀ ਇਹ ਕਹਾਣੀ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਛੋਟਾ ਜਿਹਾ ਜੀਵ ਤੁਹਾਡੇ ਸਰੀਰ 'ਚੋਂ ਉਹ ਗੰਦਗੀ ਕੱਢ ਦਿੰਦਾ ਹੈ। ਜਿੱਥੇ ਵੱਡੇ ਫਾਰਮੂਲੇ ਫੇਲ ਹੋ ਗਏ, ਜਿੱਥੇ ਵੱਡੀ ਸਾਇੰਸ ਫੇਲ ਹੋ ਗਈ, ਉੱਥੇ ਆਹ ਜੋ ਕਲਟੀਵੇਟ ਹੁੰਦੀ ਹੈ ਜੈਪੁਰ ਦੇ ਵਿੱਚ, ਜਿਹਨੂੰ ਖਾਸ ਤੌਰ 'ਤੇ ਦੀ ਖੇਤੀ ਕੀਤੀ ਜਾਂਦੀ ਹੈ ਸਿਰਫ ਇਸੇ ਮਕਸਦ ਦੇ ਲਈ ਕਿ ਲੀਚ ਦੇ ਨਾਲ ਲੋਕਾਂ ਨੂੰ ਠੀਕ ਕੀਤਾ ਜਾਵੇ। ਕਹਾਣੀ ਪਸੰਦ ਆਈ ਹੋਵੇ ਤਾਂ ਜ਼ਰੂਰ ਲਾਈਕ ਵੀ ਕਰਨਾ ਤੇ ਇਹਨੂੰ ਸ਼ੇਅਰ ਜ਼ਰੂਰ ਕਰਨਾ, ਅੱਗੇ ਸਾਂਝਾ ਕਰ ਦੇਣਾ ਲੋਕਾਂ ਤੱਕ, ਤਾਂ ਕਿ ਜੋ ਲੋਕਾਂ ਨੂੰ ਕੋਈ ਦਰਵਾਜ਼ਾ ਨਹੀਂ ਮਿਲਦਾ ਆਪਣੇ ਆਪ ਨੂੰ ਠੀਕ ਕਰਵਾਉਣ ਦਾ, ਜਾਂ ਆਪਣੀ ਬਿਮਾਰੀ ਜੋ ਉਹਨਾਂ ਦੀ ਲਾਇਲਾਜ ਬਿਮਾਰੀ ਹੁੰਦੀ ਆ ਉਹਦਾ ਇਲਾਜ ਕਿਤੇ ਨਹੀਂ ਉਹਨਾਂ ਨੂੰ ਮਿਲਦਾ, ਉਹਨਾਂ ਨੂੰ ਸ਼ਾਇਦ ਕੀ ਪਤਾ ਤੁਹਾਡੇ ਇੱਕ ਸ਼ੇਅਰ ਦੇ ਨਾਲ, ਲਾਈਕ ਕਰਨ ਦੇ ਨਾਲ ਇਹ ਵੀਡੀਓ ਉਹਨਾਂ ਤੱਕ ਪਹੁੰਚੇਗੀ ਤੇ ਉਹਨਾਂ ਦਾ ਭਲਾ ਹੋ ਜਾਏਗਾ। ਕੈਮਰੇ ਤੇ ਸਾਥ ਦੇ ਰਹੇ ਸੀਗੇ ਸੁਖਵਿੰਦਰ, ਮੈਂ ਲੰਕੇਸ਼ ਤ੍ਰਿਖਾ, ਰੋਜ਼ਾਨਾ ਸਪੋਕਸਮੈਨ ਦੇ ਲਈ।